ਮਨੀਸ਼ਾ ਗੁਲਾਟੀ ਸਮਝਦਾਰ ਨਹੀਂ ਹੈ। ਉਹਨੂੰ ਕੀ ਬੇਅੰਤ ਨੇ ਅਪਰੋਚ ਕੀਤੀ ਕਿ ਬਾਹਰੋਂ ਉਹਨੂੰ ਕੋਈ ਅਪਰੋਚ ਕੀਤੀ ਜਿਸ ਦੇ ਉਹ ਉੱਤਰ ਦੇ ਵਿੱਚ ਉਹਨਾਂ ਨੂੰ ਉਹ ਲਿਖ ਰਹੀ ਹੈ। ਉਹ ਟਰੂਡੋ ਤਾਂ ਉਹਦਾ ਹਮਰੁਤਬਾ ਨਹੀਂ ਹੈ ਤੇ ਉਹਨੇ ਇੱਥੇ ਵਾਵਾ ਕਰਾ ਲਈ ਇੱਕ ਸੋਸ਼ਲ ਮੀਡੀਆ ਤੇ। ਧਨੌਲੇ ਉਹ ਗਈ ਸੀ, ਉਸੇ ਦਿਨ ਹੀ ਧਨੌਲੇ ਦੇ ਵਿੱਚ ਇੱਕ ਜਿਹੜੀ ਅੰਡਰਏਜ ਕੁੜੀ ਨੂੰ ਗੈਂਗ ਰੇਪ ਹੋਇਆ। ਉੱਥੇ ਕਿਉਂ ਨਾ ਗਈ ਮਨੀਸ਼ਾ ਗੁਲਾਟੀ? ਆਮ ਸੌਰੀ ਟੂ ਸੇ, ਮੈਨੂੰ ਬੜੀਆਂ ਲੱਗਦਾ ਕਿ ਉਹ ਜਿਹੜੀਆਂ ਬੱਚਿਆਂ ਵਰਗੀਆਂ ਹਰਕਤਾਂ ਕਰ ਰਹੀ ਹੈ। ਨਾ ਇਹ ਮਨੀਸ਼ਾ ਗੁਲਾਟੀ ਜਿਹੜੀ ਸੁਚੇਤ ਹੈ ਇਸ ਗੱਲ ਲਈ ਕਿ ਤੁਸੀਂ ਕਿਸੇ ਦੀ ਪ੍ਰਾਈਵੇਸੀ ਨੂੰ ਜਿਹੜਾ ਹੈ ਬਾਹਰ ਨਹੀਂ ਲੈ ਕੇ ਆ ਸਕਦੇ। 3 ਸਾਲ 4 ਸਾਲ ਤੱਕ ਤੁਹਾਡੇ ਬੈਡਰੂਮ ਦੇ ਵਿੱਚ ਜਿਹੜੀ ਪੁਲਿਸ ਗਈ, ਇਹ ਬਹੁਤ ਸ਼ਰਮਨਾਕ ਪੰਜਾਬੀ ਕਮਿਊਨਿਟੀ ਲਈ, ਸਿੱਖ ਕਮਿਊਨਿਟੀ ਲਈ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋਏ ਹੋ ਪ੍ਰਵਾਸੀ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਦੋਸਤ ਸਫਰ। ਪੰਜਾਬ ਉਹ ਧਰਤੀ ਆ ਜਿੱਥੇ ਪਿਆਰ ਮੁਹੱਬਤ ਦੀਆਂ ਗਾਥਾਵਾਂ ਗਾਈਆਂ ਜਾਂਦੀਆਂ ਨੇ, ਜਿੱਥੇ ਜਨਮਦੀਆਂ ਨੇ। ਪੰਜਾਬ ਦੇ ਲੋਕ ਮਸ਼ਹੂਰ ਨੇ ਲਾ ਕੇ ਤੋੜ ਨਿਭਾਉਣ ਦੇ ਵਿੱਚ, ਪਰ ਪੰਜਾਬ ਅੱਜ ਕਿੱਧਰ ਜਾ ਰਿਹਾ? ਪੰਜਾਬ ਦੇ ਵਿੱਚ ਜੋ ਮੌਜੂਦਾ ਹਾਲਾਤ ਨੇ, ਕੋਈ ਇੱਕ ਸਮਾਂ ਹੁੰਦਾ ਸੀਗਾ ਕਿ ਲਾੜੇ ਵਿਆਹ ਕਰਾ ਕੇ ਵਿਦੇਸ਼ਾਂ ਦੇ ਵਿੱਚ ਚਲੇ ਜਾਂਦੇ ਸੀਗੇ ਤੇ ਇੱਥੇ ਲਾੜੇ ਦੀ ਉਡੀਕ ਦੇ ਵਿੱਚ ਬੈਠੀਆਂ ਸੱਜ ਵਿਆਹੀਆਂ ਬਜ਼ੁਰਗ ਅਵਸਥਾ ਤੱਕ ਚਲੀਆਂ ਜਾਂਦੇ ਸੀ, ਲਾੜੇ ਨਹੀਂ ਮੁੜਦੇ ਸੀ। ਅੱਜ ਇੱਕ ਸਮਾਂ ਬਦਲਿਆ ਕਿ ਲਾੜੀਆਂ ਵਿਆਹ ਕਰਾ ਕੇ ਚਲੀਆਂ ਜਾਂਦੀਆਂ ਨੇ, ਪਰ ਲਾੜੀਆਂ ਦੇ ਵੱਲੋਂ ਧੋਖਾ ਕੀਤਾ ਜਾਂਦਾ, ਮੁੰਡੇ ਨਹੀਂ ਬੁਲਾਏ ਜਾਂਦੇ। ਕਿਤੇ ਨਾ ਕਿਤੇ ਉਹਨਾਂ ਮੈਰਿਜਾਂ ਦੇ, ਉਹਨਾਂ ਵਿਆਹਾਂ ਦੀ ਜਿਹੜੀ ਨੀਂਹ ਆ ਉਹ ਕੰਟਰੈਕਟ ਤੇ ਟਿੱਕੀ ਸਾਬਤ ਹੋ ਰਹੀ ਆ ਕਿ ਉਹ ਇੱਕ ਸਮਝੌਤੇ ਦੇ ਤਹਿਤ ਰਿਸ਼ਤੇ ਜੋੜੇ ਜਾ ਰਹੇ ਨੇ। ਸੋ ਸਮਝੌਤੇ ਵਾਲੇ ਜਿਹੜੇ ਰਿਸ਼ਤੇ ਨੇ ਉਹ ਜ਼ਿਆਦਾ ਸਮਾਂ ਨਹੀਂ ਪੁੱਗਦੇ ਹੁੰਦੇ। ਸੋ ਸਾਡੇ ਨਾਲ ਮੈਮ ਕਮਲਜੀਤ ਢਿੱਲੋਂ ਹੋਰੀ ਨੇ, ਕੈਨੇਡਾ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਦੇ ਵਿੱਚ ਕੰਮ ਕਰਦੇ ਨੇ। ਉਹਨਾਂ ਨੇ ਬੜੇ ਨੇੜੇ ਤੋਂ ਸਾਡਾ ਜਿਹੜਾ ਸਮਾਜ ਆ, ਸਾਡੀ ਜਿਹੜੀ ਮਾਨਸਿਕਤਾ ਲੋਕ ਇੱਥੋਂ ਕੈਨੇਡਾ ਦੇ ਵਿੱਚ ਲੈ ਕੇ ਗਏ, ਉਹ ਕੀ ਉਹ ਉਰੇ ਵਾਲੀ ਮਾਨਸਿਕਤਾ ਛੱਡ ਸਕੇ, ਕੀ ਉਹ ਪਦਾਰਥ ਛੱਡ ਸਕੇ, ਉਹਨੂੰ ਵੀ ਉਹ ਨੇੜੇ ਤੋਂ ਦੇਖਦੇ ਨੇ ਤੇ ਇੱਥੇ ਨੂੰ ਵੀ ਉਹ ਨੇੜੇ ਤੋਂ ਦੇਖਦੇ ਨੇ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਰੇ ਮਸਲੇ ਤੇ, ਜਿਹੜਾ ਪੰਜਾਬ ਦੇ ਵਿੱਚ ਖਾਸ ਕਰਕੇ ਲਵਪ੍ਰੀਤ ਤੇ ਬੇਅੰਤ ਕੌਰ ਵਾਲਾ ਜਿਹੜਾ ਮਾਮਲਾ, ਜਿਹਦੇ ਵਿੱਚ ਲਵਪ੍ਰੀਤ ਜਿਹੜਾ ਨੌਜਵਾਨ ਆ ਉਹ ਖੁਦਕੁਸ਼ੀ ਕਰ ਲੈਂਦਾ, ਉਹਦੇ ਬਹੁਤ ਸਾਰੇ ਜਿਹੜੇ ਪਹਿਲੂ ਨੇ ਉਹ ਦੱਸੇ ਜਾ ਰਹੇ ਨੇ। ਕੋਈ ਕਹਿੰਦਾ ਵੀ ਸਰਾਸਰ ਧੋਖਾ ਹੋਇਆ, ਕੁੜੀ ਉਹਦੇ ਨਾਲ ਗੱਲ ਨਹੀਂ ਕਰਦੀ ਸੀ 2-2 ਦਿਨ। ਇਸ ਮਸਲੇ ਨੂੰ ਲੈ ਕੇ ਮਹਿਲਾ ਕਮਿਸ਼ਨ ਦੇ ਜਿਹੜੇ ਚੇਅਰਪਰਸਨ ਨੇ ਮਨੀਸ਼ਾ ਗੁਲਾਟੀ, ਉਹਨਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੱਤਰ ਵੀ ਲਿਖਿਆ, ਹਾਲਾਂਕਿ ਉਹਦਾ ਕੋਈ ਓਫੀਸ਼ੀਅਲੀ ਜਵਾਬ ਨਹੀਂ ਆਇਆ। ਤਾਂ ਆਪਾਂ ਇਹ ਸਾਰੇ ਮਸਲੇ ਤੇ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਇਹ ਹਾਲਾਤ ਕਿੱਦਾਂ ਬਣੇ ਜਾਂ ਇਹਨਾਂ ਦੇ ਨਾਲ ਕਿਵੇਂ ਨਜਿੱਠਿਆ ਜਾ ਸਕਦਾ। ਮੈਮ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ। ਕਿਵੇਂ ਦੇਖਦੇ ਹੋ ਪੰਜਾਬ ਆ ਜਿਹੜਾ ਉਹ ਇੱਕ ਪਿਆਰ ਮੁਹੱਬਤ ਦੇ ਕਿੱਸਿਆਂ ਵਾਲੀ ਧਰਤੀ ਆ, ਕਿੱਦਾਂ ਦਾ ਮੈਸੇਜ ਆਉਂਦਾ ਹੋਊਗਾ ਜਦੋਂ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਕਹਾਣੀਆਂ ਪਨਪਦੀਆਂ ਹੋਣਗੀਆਂ ਕਿ ਇਹ ਲੋਕ ਇੱਕ ਦੂਜੇ ਨਾਲ ਵਿਆਹ ਕਰਾ ਕੇ ਧੋਖਾ ਕਰ ਰਹੇ ਨੇ ਜਾਂ ਕੰਟਰੈਕਟ ਮੈਰਿਜ ਕਰ ਰਹੇ ਨੇ, ਹਾਲਾਂਕਿ ਜਿਹੜੇ ਉਹ ਗੋਰੇ ਲੋਕ ਨੇ ਉਹ ਤਾਂ ਬੜੇ ਸਿੱਧੇ ਹੁੰਦੇ ਨੇ। ਨਹੀਂ, ਤੁਸੀਂ ਕੀ ਸੋਚ ਰਹੇ ਹੋ ਪੂਰੇ ਮਾਮਲੇ ਤੇ? ਸਫਰ, ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਮੈਨੂੰ ਆਪਣੇ ਦਰਸ਼ਕਾਂ ਦੇ ਸਰੋਤਿਆਂ ਦੇ ਰੂਬਰੂ ਕੀਤਾ। ਸ਼ੁਕਰੀਆ ਪ੍ਰਵਾਸੀ ਟੀਵੀ ਦਾ ਔਰ ਜਿਹੜਾ ਸਾਡਾ ਕਮਿਊਨੀਕੇਸ਼ਨ ਹੈ ਉਹਦੇ ਲਈ। ਮੈਨੂੰ ਥੋੜੀ ਜਿਹੀ ਤਸੱਲੀ ਹੈ ਕਿ ਮੈਂ ਥੋੜਾ ਜਿਹਾ ਕੈਨੇਡੀਅਨ ਜਿਹੜੀ ਸਾਡਾ ਡਾਇਸਪੋਰਾ ਉਹਨੂੰ ਨੇੜਿਓਂ ਦੇਖ ਸਕੀ ਤੇ ਕਿਉਂਕਿ ਮੈਂ ਇੱਥੇ ਹੀ ਪਲੀ ਵੱਡੀ ਹੋਈ, ਮੇਰੀ ਜੌਬ ਵੀ ਇੱਥੇ ਸੀ ਤੇ ਮੈਂ ਇਸ ਨੂੰ ਵੀ ਕਿਉਂਕਿ ਔਰਤਾਂ ਦੀਆਂ ਸੰਸਥਾਵਾਂ ਵਿੱਚ ਮੈਂ ਕੰਮ ਕਰਦੀ ਰਹੀ ਹਾਂ ਤੇ ਮੈਂ ਇੱਥੋਂ ਵੀ ਦੇਖਦੀ ਹਾਂ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਇਹ ਲਵਪ੍ਰੀਤ ਦਾ ਜਿਹੜਾ ਖੁਦਕੁਸ਼ੀ ਹੋਈ ਹੈ, ਉਹਨਾਂ ਦਾ ਇੱਕ ਮਾਂ ਪਿਓ ਦਾ ਬੱਚਾ ਗਿਆ ਨੌਜਵਾਨ, ਉਹ ਬਹੁਤ ਹੀ ਮੰਦਭਾਗੀ ਘਟਨਾ ਹੈ ਤੇ ਇਹਦੇ ਲਈ ਅਸੀਂ ਜਿੰਨੇ ਵੀ ਦੁੱਖ ਦੇ ਸ਼ਬਦ ਕਹੀਏ ਉਹ ਥੋੜੇ ਹੈ ਕਿਉਂਕਿ ਉਸ ਬੱਚੇ ਨੇ ਵਾਪਸ ਨਹੀਂ ਆਣਾ। ਦੂਸਰਾ ਇਹ ਮਸਲਾ ਇਹ ਹੈ ਕਿ ਇਹਦੇ ਵਿੱਚ ਕੇਵਲ ਅਸੀਂ ਇੱਕ ਧਿਰ ਨੂੰ ਦੋਸ਼ੀ ਠਹਿਰਾਈਏ ਜਾਂ ਦੂਜੀ ਧਿਰ ਨੂੰ ਦੋਸ਼ੀ ਠਹਿਰਾਈਏ। ਹੁਣ ਜਿਹੜੀ ਇੱਥੇ ਚਰਚਾ ਚੱਲ ਰਹੀ ਆ, ਸਾਰੇ ਅਸੀਂ ਐਕਸਪਰਟ ਬਣੇ ਹੋਏ ਆ। ਕੋਈ ਬੇਅੰਤ ਨੂੰ ਦੋਸ਼ੀ ਠਹਿਰਾ ਰਿਹਾ, ਕੋਈ ਲਵਪ੍ਰੀਤ ਨੂੰ ਕਹਿ ਰਿਹਾ। ਲਵਪ੍ਰੀਤ ਨੂੰ ਕਹਿਣ ਵਾਲੇ ਘੱਟ ਹੈ ਕਿਉਂਕਿ ਜਦੋਂ ਮਨੁੱਖ ਚਲਾ ਜਾਂਦਾ ਉਹਦੇ ਨਾਲ ਸਿੰਪਥੀਜ਼ ਹੁੰਦੀਆਂ। ਦੂਸਰਾ ਇਹ ਹੈ ਕਿ ਇਹਦੇ ਵਿੱਚ ਇੱਕ ਤੀਜੀ ਧਿਰ ਵੀ ਹੈ, ਉਹ ਹੈ ਸਮਾਜ।
ਕਿਸ ਗੱਲ ਕਰਕੇ ਜਿਹੜਾ ਹੈ ਉਹ ਖੁਦਕੁਸ਼ੀ ਕਰ ਰਿਹਾ, ਕਿਸ ਗੱਲ ਕਰਕੇ ਇਹ ਕੰਟਰੈਕਟ ਮੈਰਿਜ ਹੋਈ ਹੈ। ਤੁਸੀਂ ਬਹੁਤ ਵਾਰੀ ਕਿਹਾ ਗਿਆ ਕਿ ਇਹ ਅਸਲੀ ਵਿਆਹ ਸੀ, ਕੰਟਰੈਕਟ ਨਹੀਂ ਸੀ, ਪਰ ਉਹਦੇ ਵਿੱਚ ਇੱਕ ਡੀਲ ਤਾਂ ਸੀ, ਇੱਕ ਸੌਦਾ ਤਾਂ ਸੀ ਕਿ ਵੀ ਉਹ ਲੜਕਾ ਜਿਹੜਾ ਹੈ ਪੇਰੈਂਟਸ ਨੂੰ ਆਪਣਿਆਂ ਨੂੰ ਕਹਿ ਰਿਹਾ ਸੀ ਕਿ ਵੀ ਮੈਂ ਕੈਨੇਡਾ ਜਾਣਾ ਹੈ, ਹਰ ਹਾਲਤ ਜਾਣਾ ਹੈ, ਤੇ ਪੇਰੈਂਟਸ ਨੇ ਆਪਣੇ ਜਿਹੜਾ ਹੈ ਜ਼ਮੀਨ ਵੇਚੀ ਜਾਂ ਜ਼ਮੀਨ ਉਹ ਵਿਆਜ ਤੇ ਪੈਸੇ ਲਏ, ਉਹਨਾਂ ਨੇ ਉਹ ਲੜਕੀ ਜਿਹੜੀ ਸਾਡੇ ਵਰਤਾਰਾ 2010-11 ਤੋਂ ਇਹ ਬਹੁਤ ਚੱਲ ਰਿਹਾ ਕੁੜੀਆਂ ਦਾ ਐਲਟਸ ਕਰਕੇ ਬਾਹਰ ਜਾਣ ਦਾ, ਤੇ ਫਿਰ ਉਹ ਡੀਲ ਹੁੰਦੀ ਹੈ ਕੁੜੀਆਂ ਦੀ ਮੁੰਡਿਆਂ ਵਾਲਿਆਂ ਨਾਲ, ਤੇ ਉਹ ਫਿਰ ਉਹ ਕਿਸੇ ਕੁੜੀ ਨਾਲ ਡੀਲ ਕਰਦੇ ਆ। ਇਹ ਬੇਅੰਤ ਵੀ ਹੋ ਸਕਦੀ ਸੀ, ਹੋਰ ਵੀ ਕੋਈ ਹੋ ਸਕਦੀ ਸੀ, ਲਵਪ੍ਰੀਤ ਵੀ ਹੋ ਸਕਦਾ ਸੀ, ਅਨੇਕਾਂ ਇਹੋ ਜਿਹੇ ਲਵਪ੍ਰੀਤ ਜਿਹੜੇ ਸਾਡੇ ਇਸ ਤਰੀਕੇ ਦੇ ਨਾਲ ਜਿਹੜੀ ਠੱਗੀਆਂ ਹੋਈਆਂ ਉਹ ਵੀ ਤੁਰੇ ਫਿਰ ਰਹੇ ਨੇ। ਤੇ ਦੂਸਰੀ ਗੱਲ ਜਿਹੜੀ ਬਹੁਤ ਇੰਪੋਰਟੈਂਟ ਹੈ ਕਿ ਇਹਦੇ ਵਿੱਚ ਜਿਹੜੇ ਪੇਰੈਂਟਸ ਨੇ ਉਹ ਡੀਲ ਕਰਦੇ ਨੇ ਜੀ, ਤੇ ਇਹ ਜਿਹੜੇ ਲਵਪ੍ਰੀਤ ਤੇ ਬੇਅੰਤ ਤੇ ਮੋਹਰਾ ਨੇ ਇਸ ਗੱਲ ਦਾ, ਜਿਨ੍ਹਾਂ ਨੇ ਉਸ ਡੀਲ ਨੂੰ ਸਵੀਕਾਰ ਕੀਤਾ, ਕਿਉਂਕਿ ਜਿਹੜੀ ਆਪਣੀ ਬੇਅੰਤ ਹੈ ਉਹਦੇ ਪੇਰੈਂਟਸ ਗਰੀਬ ਨੇ, ਉਹ ਪੈਸੇ ਨਹੀਂ ਲਾ ਸਕਦੇ, ਉਹਦੇ ਅੰਦਰ ਵੀ ਲਸਟ ਹੈ ਕੈਨੇਡਾ ਜਾਣ ਦੀ, ਤੇ ਜਿਹੜਾ ਲਵਪ੍ਰੀਤ ਹੈ ਉਹਦੇ ਪੇਰੈਂਟਸ ਨੇ ਕਿਹਾ ਕਿ ਅਸੀਂ ਬੱਚੇ ਦੀ ਜ਼ਮੀਨ ਹੈ, ਅਸੀਂ ਜ਼ਮੀਨ ਵੇਚ ਦਈਏ, ਕੁਝ ਵਿਆਜ ਤੇ ਚੱਕੀਏ, ਤੇ ਸਾਡਾ ਬੇਟਾ ਇਹ ਚਾਹੁੰਦਾ ਹੈ ਕਿ ਅਸੀਂ ਉਧਰ ਜਾਈਏ, ਤੇ ਉਹਨਾਂ ਨੇ ਉਹ ਡੀਲ ਕੀਤੀ। ਸੋ ਇਹ ਜਿਹੜੀ ਇੱਕ ਡੀਲ ਨੂੰ ਪੂਰਾ ਕਰਨ ਦੇ ਲਈ ਇਹ ਵਿਆਹ ਨਹੀਂ ਹੈ, ਇਹ ਚੁਆਇਸ ਮੈਰਿਜ ਨਹੀਂ ਹੈ। ਮੈਂ ਇਹ ਕਹਿੰਦੀ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਜ਼ਿੰਦਗੀ ਦੇ ਫੈਸਲੇ ਕਰਨ ਦਾ ਅਧਿਕਾਰ ਨਹੀਂ ਦੇ ਰਹੇ, ਨਾ ਹੀ ਮੁੰਡੇ ਨੂੰ ਨਾ ਹੀ ਕੁੜੀ ਨੂੰ। ਸੋ ਇਸ ਕਰਕੇ ਜੇਕਰ ਉਹਨਾਂ ਨੇ ਆਪ ਵਿਆਹ ਕਰਨਾ ਹੁੰਦਾ ਤੇ ਸ਼ਾਇਦ ਉਹਦੇ 'ਚ ਪੈਸਾ ਨਾ ਆਉਂਦਾ। ਤੇ ਦੂਸਰੀ ਗੱਲ ਜਿਹੜੀ ਇੱਕ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਪਰਿਵਾਰਾਂ ਦੇ ਵਿੱਚ ਪੇਰੈਂਟਸ ਬੱਚੀਆਂ ਨੂੰ ਮੁੰਡੇ ਵਰਗਾ ਰੁਤਬਾ ਨਹੀਂ ਦਿੰਦੇ, ਕਿਉਂਕਿ ਅਸੀਂ ਹਮੇਸ਼ਾ ਹੀ ਇਹ ਕਹਿੰਦੇ ਆ ਕਿ ਪ੍ਰੋਪਰਟੀ ਰਾਈਟਸ ਜਿਹੜੇ ਨੇ ਮੁੰਡੇ ਤੇ ਕੁੜੀ ਦੇ ਬਰਾਬਰ ਨੇ। ਦੋ ਜਿਹੜੇ ਸਾਡੇ ਪੇਰੈਂਟ ਨੇ ਜਾਂ ਮਾਪੇ ਨੇ, ਜਿਹੜੇ ਮਾਂ ਤੇ ਪਿਓ, ਉਹਨਾਂ ਦਾ ਬਾਇਓਲੋਜੀਕਲ ਬੱਚੇ ਨੇ ਦੋ, ਇੱਕ ਮੁੰਡਾ ਤੇ ਕੁੜੀ, ਪਰ ਉਹ ਜਿਹੜੀ ਜ਼ਮੀਨ ਹੈ ਉਹ ਮੁੰਡੇ ਨੂੰ ਦੇਣਗੇ, ਕੁੜੀ ਨੂੰ ਨਹੀਂ ਦੇਣਗੇ। ਹੁਣ ਜੇਕਰ 5 ਏਕੜ ਕਿਸੇ ਦੇ ਕੋਲ ਜ਼ਮੀਨ ਹੈ, ਉਹ ਆਪਣੇ ਮੁੰਡੇ ਨੂੰ ਤਾਂ 1 ਏਕੜ 2 ਏਕੜ ਵੇਚ ਕੇ ਕੈਨੇਡਾ ਭੇਜੇਗਾ, ਪਰ ਕੁੜੀ ਦੇ ਮਾਪਿਓ ਕਹਿਣਗੇ ਕਿ ਅਸੀਂ ਆਪਣੀ ਕੁੜੀ ਲਈ ਜ਼ਮੀਨ ਨਹੀਂ ਵੇਚਣੀ। ਇਹਦਾ ਮਤਲਬ ਕੀ ਹੋਇਆ ਕਿ ਕੁੜੀਆਂ ਦੇ ਮਾਪੇ ਹੀ ਉਹਨਾਂ ਨਾਲ ਡਿਸਕ੍ਰਿਮੀਨੇਟ ਕਰ ਰਹੇ ਨੇ। ਅਗਰ ਬੇਅੰਤ ਦੇ ਮਾਪੇ ਉਹਨੂੰ ਆਪਣੀ ਜ਼ਮੀਨ ਜਾਂ ਪੈਸਾ ਲਗਾ ਕੇ ਉਹਨੂੰ ਬਾਹਰ ਭੇਜਦੇ ਤੇ ਸ਼ਾਇਦ ਇਹ ਟ੍ਰੈਜਡੀ ਨਾ ਹੁੰਦੀ, ਪਰ ਹੁਣ ਕਿਉਂਕਿ 2011 ਤੋਂ ਵਿਆਹਾਂ ਦਾ ਚੱਲਣ ਇਹ ਹੋਇਆ ਹੈ ਕਿ ਮੁੰਡੇ ਸਾਡੇ, ਪਹਿਲੀ ਗੱਲ ਤਾਂ ਸਫਰ ਮੈਂ ਇਹ ਗੱਲ ਕਹਿਣਾ ਚਾਹਨੀ ਆ, ਸਾਡੇ ਸਮਾਜ ਨੇ ਮੁੰਡਿਆਂ ਨਾਲ ਬੜੀ ਬੇਇਨਸਾਫੀ ਕੀਤੀ ਹੈ। ਇਹ ਪਹਿਲਾਂ ਤੋਂ ਹੀ ਕਰਦੇ ਆ ਰਹੇ ਆ। ਤੁਸੀਂ ਆਪਣੀ ਜਿਹੜੀ ਭੂਮਿਕਾ ਦੇ ਵਿੱਚ ਗੱਲ ਕਰ ਰਹੇ ਸੀ ਹੀਰਾਂ ਦੀ, ਰਾਂਝਿਆਂ ਦੀ, ਸਾਹਿਬਾਂ ਦੀ, ਸੋਹਣੀਆਂ ਦੀ, ਉਹਦੇ ਵਿੱਚ ਵੀ ਉਹ ਫਿਊਡਲ ਤੇ ਉਹ ਮੱਧਕਾਲੀ ਯੁੱਗ ਦੀਆਂ ਕਥਾਵਾਂ ਨੇ। ਉਹਦੇ ਵਿੱਚ ਵੀ ਔਰਤ ਨੂੰ ਹੀ ਦੋਸ਼ੀ ਠਹਿਰਾਇਆ ਗਿਆ, ਜਦੋਂ ਕਿ ਆ ਕੇ ਸ਼ਿਵ ਕੁਮਾਰ ਨੇ 20ਵੀਂ ਸਦੀ ਦੇ ਵਿੱਚ ਪਹਿਲੀ ਵਾਰ ਲੂਣਾ ਨੂੰ ਬੇਗੁਨਾਹ ਸਾਬਤ ਕੀਤਾ। ਇਹ ਸਾਡਾ ਸਮਾਜ ਹੈ। ਅੱਜ ਵੀ ਅਸੀਂ ਉਸ ਕੁੜੀ ਨੂੰ ਹੀ ਦੋਸ਼ੀ ਠਹਿਰਾ ਰਹੇ ਹਾਂ। ਅਸੀਂ ਇਸ ਮਾਡਰਨ ਜਿਹੜਾ ਜ਼ਮਾਨਾ ਹੈ ਇਹਦੇ ਵਿੱਚ ਇੱਕ ਫਿਊਡਲ ਮਾਈਂਡਸੈਟ ਲੈ ਕੇ ਵੀ ਚੱਲ ਰਹੇ ਹਾਂ, ਕਿਉਂਕਿ ਇੱਥੇ ਦੋਸ਼ੀ ਨਾ ਕੁੜੀ ਹੈ ਨਾ ਮੁੰਡਾ ਹੈ, ਤੇ ਦੋਸ਼ੀ ਕੁੜੀ ਵੀ ਹੈ ਤੇ ਮੁੰਡਾ ਵੀ ਹੈ। ਅਗਰ ਉਹਨਾਂ ਨੇ ਜਾਣਾ ਸੀ ਤੇ ਉਹ ਆਪਣੀ ਲਿਆਕਤ ਨਾਲ ਜਾਂਦੇ ਬਾਹਰ। ਸਾਡੇ ਹੋਰ ਬਹੁਤ ਸਾਰੇ ਜਿਹੜੇ ਢੰਗ ਤਰੀਕੇ ਨੇ ਕੈਨੇਡਾ ਜਾਣ ਦੇ, ਪਰ ਜਦੋਂ ਅਸੀਂ ਮਾਪੇ ਆਪਣੀ ਕੁੜੀ ਨੂੰ ਮੁੰਡੇ ਵਰਗਾ ਜਿਹੜਾ ਬਰਾਬਰ ਦਾ ਰੁਤਬਾ ਨਹੀਂ ਦਿੰਦੇ, ਇਹ ਟ੍ਰੈਜਡੀ ਵਾਪਰੇਗੀ। ਸੋ ਇਸ ਕਰਕੇ ਇਹ ਬੜੀ ਮੰਦਭਾਗੀ ਘਟਨਾ ਹੈ। 2011-12 ਤੋਂ ਇਹ ਚੱਲਣ ਜਿਹੜਾ ਐਲਟਸ ਕੀਤੀਆਂ ਕੁੜੀਆਂ, ਜਿਹੜੀ ਮੈਂ ਗੱਲ ਕਰ ਰਹੀ ਸੀ ਕਿ ਮੁੰਡਿਆਂ ਨਾਲ ਬੇਇਨਸਾਫੀ ਕੀਤੀ, ਮੁੰਡਿਆਂ ਨੂੰ ਤਾਂ ਅਸੀਂ ਸੋਚਦੇ ਹੀ ਨਹੀਂ ਕਿ ਉਹਨਾਂ ਨੂੰ ਕੋਈ ਸਕਿੱਲ ਸਿਖਾਣੀ ਹੈ। ਅਸੀਂ ਕਹਿੰਦੇ ਕਿ ਇਹਨੂੰ ਤਾਂ ਆਪ ਹੀ ਪਤਾ ਹੈ। ਜਿਹੜੀ ਉਮਰ ਉਸ ਦੀ 12-14 ਸਾਲ ਤੋਂ ਲੈ ਕੇ 18-20 ਸਾਲ ਤੱਕ ਇੱਕ ਸਕਿੱਲ ਸਿੱਖਣ ਦੀ ਹੁੰਦੀ ਹੈ, ਉਹਨੂੰ ਇੱਕ ਬੈਲੈਂਸ ਮਨੁੱਖ ਕਰਨ ਦੀ ਹੁੰਦੀ ਆ, ਉਹਨੂੰ ਜ਼ਿੰਦਗੀ ਦੇ ਵਿੱਚ ਬਹੁਤ ਵਾਰੀ ਅਸੀਂ ਮੁੰਡਿਆਂ ਨੂੰ ਲਾੜਨਾ ਪਾਲਦੇ ਆ, ਉਹਨੂੰ ਨਾ ਕਹਿਣ ਦੀ ਆਦਤ ਹੀ ਨਹੀਂ ਹੁੰਦੀ, ਸੁਣਨ ਦੀ ਆਦਤ ਨਹੀਂ ਹੁੰਦੀ। ਪੇਰੈਂਟਸ ਪਹਿਲਾਂ ਹੀ ਲਿਆ ਕੇ ਉਹਦੇ ਸਾਹਮਣੇ ਚੀਜ਼ ਰੱਖਦੇ ਆ ਉਹਦੀ ਜਿੱਦ ਦੇ ਅੱਗੇ, ਉਹਨੂੰ ਨਾ ਸੁਣਨ ਦੀ ਆਦਤ ਵੀ ਹੋਣੀ ਚਾਹੀਦੀ ਹੈ, ਕਿਉਂਕਿ ਸਮਾਜ ਦੇ ਵਿੱਚ ਜਾ ਕੇ ਉਹਨੂੰ ਬਹੁਤ ਸਾਰੀਆਂ ਨਾ ਸੁਣਨ ਨੂੰ ਮਿਲਣਗੀਆਂ। ਸਾਡੇ ਪੰਜਾਬ ਦੇ ਵਿੱਚ ਐਸਿਡ ਵਿਕਟਮ ਕਿੰਨੀਆਂ ਕੁੜੀਆਂ ਨੇ, ਬਹੁਤ ਜ਼ਿਆਦਾ।
ਤੇ ਉਹਨਾਂ ਕੁੜੀਆਂ ਕਿਉਂ ਹੋਇਆ ਕਿ ਕਿਸੇ ਮੁੰਡੇ ਨੇ ਕਿਹਾ ਮੈਂ ਤੇਰੇ ਨਾਲ ਵਿਆਹ ਕਰਾਣਾ ਹੈ, ਪਿਆਰ ਕਰਦਾ ਹੈ, ਉਹਨੇ ਕਿਹਾ ਕਿ ਤੇਰੇ ਚ ਲਿਆਕਤ ਹੀ ਨਹੀਂ ਹੈ ਇੰਨੀ ਕਿ ਮੈਂ ਤੇਰੇ ਨਾਲ ਵਿਆਹ ਕਰਾਂ ਤੇ ਪਿਆਰ ਕਰਾਂ। ਉਹਨੇ ਕਿਹਾ ਕਿ ਇਹ ਤੂੰ ਮੈਨੂੰ ਨਾ ਕਿਵੇਂ ਕਹੀ। ਤੇ ਮੇਰੇ ਕੋਲੇ 2-3 ਕੇਸ ਆਏ, ਇੱਕ ਮਰਿੰਡੇ ਤੋਂ ਲੜਕੀ ਸੀ, ਹੋਰ ਸੀ, ਹਾਂ ਉਹਨਾਂ ਦੀ ਈਗੋ ਹਰਟ ਹੋਈ ਕਿਉਂਕਿ ਘਰ ਦੇ ਵਿੱਚ ਜਿਹੜੇ ਪੇਰੈਂਟਸ ਨੇ ਉਹ ਤੇ ਉਹਨਾਂ ਨੂੰ ਕਹਿੰਦੇ ਹੀ ਨਹੀਂ ਕਿ ਤੁਸੀਂ ਨਾ, ਤਾਂ ਉਹਨਾਂ ਨੇ ਕਦੇ ਸੁਣੀ ਨਹੀਂ ਘਰ 'ਚ। ਸੋ ਇਸ ਕਰਕੇ ਇਹ ਜਿਹੜਾ ਵਰਤਾਰਾ ਹੈ ਇਹ ਇੰਨਾ ਕੁ ਮੰਦਭਾਗਾ ਹੈ। ਇਹ ਸਾਡੀ ਜਿਹੜੀ ਪੀੜ੍ਹੀ ਹੈ, ਯੂਥ ਹੈ, ਇਹ ਸਾਨੂੰ ਉਹਦੀ ਜਿਹੜੇ ਸਾਡੇ ਸਾਈਕੋਲੋਜੀਕਲ ਕਾਰਨ ਨੇ, ਸਾਡੇ ਸਮਾਜਿਕ ਕਾਰਨ ਨੇ, ਸਾਡੇ ਸੱਭਿਆਚਾਰਕ ਕਾਰਨ ਨੇ, ਔਰ ਇਹਨਾਂ ਦੀ ਕੁੱਖ ਵਿੱਚ ਪਏ ਹੋਏ ਆਰਥਿਕ ਕਾਰਨ ਨੇ, ਉਹਨਾਂ ਨੂੰ ਸਮਝਣਾ ਪਏਗਾ। ਇਹਦੇ ਵਿੱਚ ਸਰਕਾਰਾਂ ਵੀ ਜ਼ਿੰਮੇਵਾਰ ਨੇ, ਸਾਡੇ ਪੇਰੈਂਟਸ ਵੀ ਜ਼ਿੰਮੇਵਾਰ ਨੇ, ਕਿਉਂਕਿ ਅਸੀਂ ਬੱਚਿਆਂ ਦੀ ਮਰਜ਼ੀ ਤਾਂ ਸੁਣ ਹੀ ਨਹੀਂ ਰਹੇ। ਪਰ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਬੱਚਿਆਂ ਨੂੰ ਤਾਂ ਇਮਾਨਦਾਰ ਹੋ ਜਾਣਾ ਚਾਹੀਦਾ ਜੀ? ਹਾਂ, ਅਗਰ ਮੈਂ ਇਹ ਕਹਿੰਨੀ ਆ ਕਿ ਅਗਰ ਉਹ ਡੀਲ ਹੋਈ ਸੀ, ਅਗਰ ਉਹ ਸੌਦਾ ਹੋਇਆ ਸੀ ਤੇ ਉਹਨੂੰ ਸਿਰੇ ਚੜਾਉਣਾ ਚਾਹੀਦਾ ਸੀ, ਇਹ ਇਮਾਨਦਾਰੀ ਹੈ। ਪਰ ਜਿਹੜਾ ਹਿਊਮਨ ਮਾਈਂਡ ਹੈ, ਮਨੁੱਖੀ ਮਨ ਹੈ, ਉਹ 1+1 = 2 ਨਹੀਂ ਹੁੰਦਾ, ਉਸ ਤਰੀਕੇ ਨਾਲ ਨਹੀਂ ਹੁੰਦਾ। ਜੇਕਰ ਜਿਹੜੀ ਹੈ ਹੀਰ ਦੀ ਕਥਾ ਤੁਸੀਂ ਨਾ ਸੁਣਦੇ, ਜੇ ਹੀਰ ਆਪਣੇ ਮਾਪਿਆਂ ਦੀ ਮਰਜ਼ੀ ਮੁਤਾਬਕ ਜਿਹੜਾ ਹੈ ਤੁਰ ਪੈਂਦੀ, ਜਾਂ ਜਿਹੜੀ ਹੈ ਸਾਹਿਬਾਂ ਤੁਰ ਪੈਂਦੀ। ਸੋ ਇਹ ਜਿਹੜੇ ਅਮੋੜ ਮਨ ਨੇ ਇਹੀ ਇੱਕ ਟ੍ਰੈਜਡੀ ਨੂੰ ਜਨਮ ਦਿੰਦੇ ਨੇ, ਇਹੀ ਦੁਖਾਂਤ ਪੈਦਾ ਕਰਦੇ ਨੇ। ਕੀ ਲੱਗਦਾ ਉਹ ਕੁੜੀ ਡਿਪੋਰਟ ਹੋ ਸਕਦੀ ਹੈ? ਜਿਵੇਂ ਮਨੀਸ਼ਾ ਗੁਲਾਟੀ ਹੋਰਾਂ ਨੇ ਪੱਤਰ ਲਿਖਿਆ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ, ਤੁਹਾਨੂੰ ਕੀ ਲੱਗਦਾ? ਹਾਲਾਂਕਿ ਉਹਨਾਂ ਵੱਲੋਂ ਕੋਈ ਲਿਖਤੀ ਜਵਾਬ ਨਹੀਂ ਆਇਆ। ਇਹ ਬੜੀਆਂ ਹਾਸੋਹੀਣੀਆਂ ਗੱਲਾਂ ਨੇ। ਮਨੀਸ਼ਾ ਗੁਲਾਟੀ ਸਮਝਦਾਰ ਨਹੀਂ ਹੈ, ਉਹ ਇੱਕ ਕਨਸਟੀਟਿਊਸ਼ਨਲ ਪੋਸਟ ਤੇ ਬੈਠੀ ਹੋਈ ਹੈ, ਇੱਕ ਸੰਵਿਧਾਨਿਕ ਅਹੁਦਾ ਹੈ ਉਸਦਾ। ਤੇ ਉਹ ਦੂਸਰੀ ਗੱਲ ਇਹ ਹੈ ਕਿ ਟਰੂਡੋ ਜਿਹੜਾ ਉੱਥੋਂ ਦੀਆਂ ਏਜੰਸੀਜ਼ ਨੇ, ਉੱਥੋਂ ਦਾ ਲਾਅ ਹੈ, ਉੱਥੋਂ ਦੇ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਜ਼ ਨੇ, ਉਹ ਆਪਣੇ ਤਰੀਕੇ ਨਾਲ ਇੰਡੀਪੈਂਡੈਂਟ ਵਰਕ ਕਰਦੀਆਂ ਨੇ। ਇੱਥੇ ਇਹ ਨਹੀਂ ਹੈ ਕਿ MLA ਦੀ ਸਿਫਾਰਿਸ਼ ਆ ਗਈ, MP ਦੀ ਆ ਗਈ, ਚੀਫ ਮਿਨਿਸਟਰ ਦੀ ਆ ਗਈ ਤੇ ਉਹ ਡਿਵਾਈਡ ਕਰਤਾ ਕੰਮ, ਉਹ ਬਦਲ ਜਾਏਗਾ। ਟਰੂਡੋ ਇਸ ਮਾਮਲੇ ਦੇ ਵਿੱਚ ਕੁਝ ਨਹੀਂ ਕਰ ਸਕਦਾ। ਉਹ ਕਹਿ ਵੀ ਨਹੀਂ ਸਕਦਾ ਆਪਣੀ ਪੁਲਿਸ ਨੂੰ ਕਿ ਤੁਸੀਂ ਇਸ ਕੇਸ ਨੂੰ ਇਸ ਤਰ੍ਹਾਂ ਕਰੋ। ਹਾਂ, ਜੋ ਉਹਨਾਂ ਦਾ ਕਾਨੂੰਨ, ਜੋ ਉਹਨਾਂ ਦੀਆਂ ਇਨਵੈਸਟੀਗੇਸ਼ਨ ਏਜੰਸੀਜ਼, ਅਗਰ ਉਹਨੇ ਕ੍ਰਾਈਮ ਕੀਤਾ ਹੈ ਉੱਥੇ, ਅਗਰ ਉਹਨੇ ਕੋਈ ਝੂਠ ਬੋਲਿਆ ਹੈ, ਅਗਰ ਲੜਕੀ ਨੇ ਕੋਈ ਗਲਤ ਕੀਤਾ ਹੈ, ਉਹ ਫਿਰ ਦੇਖਣਗੇ। ਪਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਵਿਆਹ ਹੈ, ਵਿਆਹ ਤਾਂ ਤੁਹਾਡੇ ਦੋਨਾਂ ਮੁੰਡੇ ਤੇ ਕੁੜੀ ਦਾ ਆਪਸੀ ਕੰਟਰੈਕਟ ਹੈ। ਇੱਕ ਵਿਆਹ ਇੱਕ ਸੋਸ਼ਲ ਕੰਟਰੈਕਟ ਹੈ। ਅਗਰ ਤੁਸੀਂ ਦੋਨੋਂ ਚਾਹੁੰਦੇ ਹੋ ਕਿ ਵੀ ਅਸੀਂ ਵਿਆਹ ਕਰਨਾ ਹੈ, ਤੇ ਮੇਰਾ ਖਿਆਲ ਹੈ ਕਿ ਇੱਕ ਜਾਣਾ ਵੀ ਉਸ ਕੰਟਰੈਕਟ ਨੂੰ ਭੰਗ ਕਰਦਾ ਤੇ ਉਹ ਵਿਆਹ ਨਹੀਂ ਹੋਏਗਾ। ਸੋ ਇਸ ਕਰਕੇ ਅਜੇ ਤੇ ਨੌਬਤ ਉਸ ਲੜਕੀ ਦੀ ਇਹ ਸਾਬਤ ਹੀ ਨਹੀਂ ਹੋਇਆ ਕਿ ਉਹਨੇ ਠੱਗੀ ਕੀਤੀ ਹੈ। ਉਹ ਤਾਂ ਸਾਡਾ ਇੱਕ ਜਿਹੜਾ ਭੀੜ ਤੰਤਰ ਹੈ, ਇੱਕ ਜਿਹੜਾ ਜਿਹੜੀ ਤੁਸੀਂ ਮਨੀਸ਼ਾ ਗੁਲਾਟੀ ਦੀ ਗੱਲ ਕੀਤੀ ਸੀ, ਮੈਂ ਉਹਦੀ ਲੈਟਰ ਪੜ੍ਹੀ, ਉਹਦੇ ਚ ਉਹਨੇ ਨਾ ਲਵਪ੍ਰੀਤ ਦਾ ਨਾਮ ਦਿੱਤਾ ਹੈ ਤੇ ਨਾ ਹੀ ਉਹਨੇ ਬੇਅੰਤ ਦਾ ਨਾਮ ਦਿੱਤਾ ਹੈ। ਔਰ ਉਹ ਇੰਨੀ ਕੁ ਬੇਸਮਝ ਹੈ ਕਿ ਜਿਸ ਪੰਜਾਬ ਦਾ ਇੱਕ ਜਿਹਦਾ 110 ਦੇਸ਼ਾਂ ਦੇ ਵਿੱਚ ਸਾਡੇ ਲੋਕ ਬੈਠੇ ਨੇ, ਬੇਟੀਆਂ ਬੈਠੀਆਂ ਨੇ, ਬੇਟੇ ਬੈਠੇ ਨੇ, ਜਿਹਨੂੰ ਉਹਨੇ ਡੀਲ ਵੀ ਕਰਨਾ ਹੈ, ਉਹਦੀ ਜਿਹੜੀ ਡੀਲਿੰਗ ਹੈ ਉਹ ਤਾਂ ਇੱਥੋਂ ਦੀਆਂ ਪੰਜਾਬ ਵੂਮਨ ਕਮਿਸ਼ਨ ਦੀ ਪੰਜਾਬ ਦੀਆਂ ਸਰਹੱਦਾਂ ਦੇ ਅੰਦਰ ਵੀ ਹੈ। ਅਗਰ ਕੋਈ ਬਾਹਰੋਂ ਉਹਨੂੰ ਅਪਰੋਚ ਕਰਦਾ ਹੈ, ਉਹਨੂੰ ਕੀ ਬੇਅੰਤ ਨੇ ਅਪਰੋਚ ਕੀਤੀ, ਕੀ ਬਾਹਰੋਂ ਉਹਨੂੰ ਕੋਈ ਅਪਰੋਚ ਕੀਤੀ ਜਿਸ ਦੇ ਉਹ ਉੱਤਰ ਦੇ ਵਿੱਚ ਉਹਨਾਂ ਨੂੰ ਉਹ ਲਿਖ ਰਹੀ ਹੈ। ਸੋ ਉਸ ਕਰਕੇ ਉਹ ਟਰੂਡੋ ਤਾਂ ਉਹਦਾ ਹਮ ਰੁਤਬਾ ਨਹੀਂ ਹੈ। ਉਹ ਉਹਨਾਂ ਦੀ ਕਿਸੇ ਸੋਸ਼ਲ ਏਜੰਸੀ ਨੂੰ ਲਿਖਦੀ, ਪੁਲਿਸ ਨੂੰ ਲਿਖਦੀ, ਤੇ ਉਹਨੇ ਇੱਥੇ ਵਾਵਾ ਕਰਾ ਲਈ ਇੱਕ ਸੋਸ਼ਲ ਮੀਡੀਆ ਤੇ। ਜਿਵੇਂ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਸਾਰੇ ਲੋਕ ਐਕਸਪਰਟ ਬਣੇ ਹੋਏ ਨੇ, ਉਸੇ ਤਰ੍ਹਾਂ ਉਹਨੂੰ ਵੀ ਇੱਕ ਜਿਹੜੀ ਹੈ, ਜਿਸ ਤਰ੍ਹਾਂ ਉਹ ਬੜੇ ਹੀ ਮਤਲਬ ਹਲਕੇ ਢੰਗ ਦੇ ਨਾਲ ਉਹ ਸਾਰੀ ਗੱਲ ਕਰ ਰਹੀ ਹੈ। ਧਨੌਲੇ ਉਹ ਗਈ ਸੀ, ਉਸੇ ਦਿਨ ਹੀ ਧਨੌਲੇ ਦੇ ਵਿੱਚ ਇੱਕ ਜਿਹੜੀ ਅੰਡਰਏਜ ਕੁੜੀ ਨੂੰ ਗੈਂਗ ਰੇਪ ਹੋਇਆ। ਧਨੌਲੇ ਦੇ ਨਾਲ ਹੀ ਇੱਕ ਪਿੰਡ ਸੀ, ਮੈਂ ਉਹ ਨਾ ਪਿੰਡ ਦਾ ਨਾਮ ਲੈਣਾ ਚਾਹਨੀ ਹਾਂ ਨਾ ਲੜਕੀ ਦਾ। ਉੱਥੇ ਕਿਉਂ ਨਾ ਗਈ ਮਨੀਸ਼ਾ ਗੁਲਾਟੀ? ਫਿਰ ਉਹ ਮਤਲਬ ਉਹ ਇੰਨੀ ਕੁ ਬੇਸਮਝ ਹੈ
ਕਿ ਉਹ ਇੱਕ ਸਾਡੇ ਮਿਨਿਸਟਰ ਨੇ ਚੰਨੀ ਕਹਿੰਦੀ ਮੈਂ ਉਹਦੇ ਵਿਰੁੱਧ ਧਰਨਾ ਲਾਵਾਂਗੀ। ਮਤਲਬ ਇਹ ਹਾਸੋਹੀਣੀਆਂ ਗੱਲਾਂ ਉਹ ਕਰ ਰਹੀ ਹੈ, ਔਰ ਲੋਕੀ ਸਾਡੇ ਜਿੰਨੇ ਇੱਕ ਸਾਡੀ ਸਮਝਦਾਰੀ ਉਹ ਵਾਵਾ ਕਰ ਰਹੇ ਨੇ, ਕਿਉਂਕਿ ਇਹ ਉਸੇ ਤਰ੍ਹਾਂ ਧਰਨਾ ਲਾਉਣ ਦੀ ਗੱਲ ਹੈ ਜਿਵੇਂ ਕਿ ਇੱਕ ਗਵਰਨਰ ਆਪਣੇ ਜਿਹੜੇ ਮਿਨਿਸਟਰ ਦੇ ਖਿਲਾਫ ਧਰਨਾ ਲਾਵੇ। ਉਹ ਇੱਕ ਇੰਡੀਪੈਂਡੈਂਟ ਪੋਸਟ ਹੈ, ਇੱਕ ਉਹ ਪਾਰਟੀਆਂ ਤੋਂ ਉੱਪਰ ਉੱਠ ਕੇ ਉਹਦੀ ਪੋਸਟ ਹੈ। ਉਹ ਇੱਕ ਜਿਹੜੀ ਔਰਤਾਂ ਦੇ ਜਿਹੜੇ ਮਸਲਿਆਂ ਨੂੰ ਸੁਲਝਾਉਣ ਵਾਲੀ ਪੋਸਟ ਹੈ। ਤੇ ਉਹ ਮਤਲਬ ਆਮ ਸੌਰੀ ਟੂ ਸੇ ਮੈਨੂੰ ਬੜੀਆਂ ਲੱਗਦਾ ਕਿ ਉਹ ਜਿਹੜੀਆਂ ਬੱਚਿਆਂ ਵਰਗੀਆਂ ਹਰਕਤਾਂ ਕਰ ਰਹੀ ਹੈ ਜੀ। ਇਸ ਕੇਸ ਦੇ ਵਿੱਚ ਮੁੰਡੇ ਦੀ ਮੌਤ ਹੋਈ ਹੈ, ਇੱਕ ਸੈਂਸਿਟਿਵ ਇੱਕ ਮੁੱਦਾ, ਨਾਜ਼ੁਕ ਮੁੱਦਾ, ਪਰ ਇਹਨੂੰ ਸੋਸ਼ਲ ਮੀਡੀਆ ਤੇ ਜਦੋਂ ਇਹ ਮੁੱਦਾ ਆ ਜਾਂਦਾ ਕਿਵੇਂ ਦੇਖਦੇ ਦੋਵੇਂ ਪਰਿਵਾਰ ਮਾਨਸਿਕ ਤਣਾਅ ਦੇ ਵਿੱਚ ਨੇ? ਕਿੰਨਾ ਕੁ ਸਹੀ ਆ ਸੋਸ਼ਲ ਮੀਡੀਆ ਤੇ ਇਸ ਮੁੱਦੇ ਨੂੰ ਵਿਚਾਰਨਾ ਜਾਂ ਆਉਣਾ? ਦੇਖੋ ਆਪਾਂ ਹੁਣ ਸੋਸ਼ਲ ਮੀਡੀਆ ਦੇ ਨੈਗੇਟਿਵ ਪੋਜ਼ਿਟਿਵ ਦੋਨੋਂ ਚੀਜ਼ਾਂ ਨੇ। ਅਸੀਂ ਇਸ ਗੱਲ ਲਈ ਕੌਨਸ਼ੀਅਸ ਹੀ ਨਹੀਂ ਹੈ ਕਿ ਇੱਕ ਪ੍ਰਾਈਵੇਸੀ ਹੁੰਦੀ ਹੈ, ਨਾ ਹੀ ਇਹ ਮਨੀਸ਼ਾ ਗੁਲਾਟੀ ਜਿਹੜੀ ਸੁਚੇਤ ਹੈ ਇਸ ਗੱਲ ਲਈ ਕਿ ਤੁਸੀਂ ਕਿਸੇ ਦੀ ਪ੍ਰਾਈਵੇਸੀ ਨੂੰ ਜਿਹੜਾ ਹੈ ਬਾਹਰ ਨਹੀਂ ਲੈ ਕੇ ਆ ਸਕਦੇ। ਇਟਸ ਅਨੋਨਿਮਿਟੀ, ਇਟਸ ਜਿਹੜਾ ਹੈ ਉਹਦੀ ਪੋਸਟ ਇਹ ਹੈ ਕਿ ਉਹ ਜਿਹੜੀਆਂ ਗੱਲਾਂ ਆਪਣੇ ਕਲਾਇੰਟਸ ਨਾਲ ਕਰਦੀ ਹੈ ਉਹ ਸੋਸ਼ਲ ਮੀਡੀਆ ਤੇ ਨਹੀਂ ਕਹਿ ਸਕਦੀ। ਮਤਲਬ ਇਹ ਜਿਹੜੀ ਹੈ ਇੱਕ ਪ੍ਰਾਈਵੇਸੀ ਹੁੰਦੀ ਹੈ ਹਰ ਇੱਕ ਕਲਾਇੰਟ ਦੀ। ਕਲਾਇੰਟ ਮੀਨ ਜਿਹੜਾ ਸਾਡੇ ਕੋਲੇ ਵਿਕਟਮ ਆ ਰਿਹਾ ਹੈ, ਅਕਿਊਜ਼ਡ ਆ ਰਿਹਾ ਹੈ, ਜਾਂ ਜਿਹੜਾ ਕੋਈ ਵੀ ਬੰਦਾ ਆ ਰਿਹਾ ਤੇ ਉਹ ਬੈਠ ਕੇ ਭਾਸ਼ਣ ਕਰ ਰਹੀ ਹੈ, ਤੇ ਫਿਰ ਅਸੀਂ ਆਮ ਕਾਮਨ ਮੈਨ ਤੋਂ ਕੀ ਆਸ ਰੱਖ ਸਕਦੇ ਹਾਂ? ਸੋ ਇਸ ਕਰਕੇ ਉੱਥੋਂ ਦੀ ਪੁਲਿਸ ਇੰਡੀਪੈਂਡੈਂਟ ਹੈ ਕੈਨੇਡਾ ਦੀ, ਉੱਥੋਂ ਦੀਆਂ ਜਿਹੜੀਆਂ ਸਾਡੀਆਂ ਵੂਮਨ ਏਜੰਸੀਜ਼ ਨੇ ਜਿਹੜੀਆਂ ਵੂਮਨ ਨੂੰ ਡੀਲ ਕਰਦੀਆਂ ਨੇ, ਜਿਵੇਂ ਚਾਈਲਡ ਏਡ ਸੁਸਾਇਟੀ ਹੈ, ਚਾਈਲਡ ਨੂੰ ਡੀਲ ਕਰਦੀ ਹੈ, ਉਹਦੇ 'ਚ ਕੋਈ MP MLA ਮਿਨਿਸਟਰ, ਈਵਨ ਕਿ ਇੱਕ ਮਿਨਿਸਟਰ ਦਾ ਪਤਾ ਲੱਗਿਆ ਸੀ ਕਿ ਉਹਨੇ ਕਿਸੇ ਨੂੰ ਫੋਨ ਕੀਤਾ ਜੀ ਤੇ ਉਹਨੂੰ ਆਪਣੇ ਉਸ ਤੋਂ ਜਿਹੜਾ ਹੈ ਰਿਜ਼ਾਈਨ ਕਰਨਾ ਪਿਆ ਸੀ। ਇਹ ਸਾਡੇ ਵਰਗਾ ਨਹੀਂ ਕਿ ਚੀਫ ਮਿਨਿਸਟਰ ਨੇ ਕਰਤਾ, ਫਲਾਣੇ ਮਿਨਿਸਟਰ ਨੇ ਫੋਨ ਕਰ ਦਿੱਤਾ। ਇਹ ਕੈਨੇਡਾ ਦੇ ਵਿੱਚ ਨਹੀਂ ਹੈ। ਮੈਂ ਇਹ ਕਹਿਣਾ ਚਾਹਨੀ ਆ ਕਿ ਕੈਨੇਡਾ ਦੇ ਵਿੱਚ ਉਸਨੇ ਗਲਤ ਕੀਤਾ ਹੈ, ਅਗਰ ਉੱਥੇ ਪੈਸੇ ਲੈ ਕੇ ਠੱਗੀ ਮਾਰੀ ਹੈ, ਕਿਉਂਕਿ ਇੰਟਰ ਸਟੇਟ ਰਿਲੇਸ਼ਨ ਹੈ। ਮੈਂ ਇਹ ਕਹਿਣਾ ਚਾਹਨੀ ਆ ਕਿ ਮਨੀਸ਼ਾ ਗੁਲਾਟੀ ਨੂੰ ਇਹ ਵੀ ਨਹੀਂ ਪਤਾ ਕਿ ਜਿਹੜੀ UNO ਦੀ ਕਨਵੈਨਸ਼ਨ ਜਿਹੜੀ ਆ ਸੀਡਾ ਰਿਪੋਰਟ ਹੈ, ਜਿਹੜੀ ਕਿ ਸਾਡੀ ਸਾਰੇ ਕੰਟਰੀਜ਼ ਉਹਦੇ ਲਈ ਅਸੀਂ ਸਿਗਨੇਟਰੀਜ਼ ਆ। ਹਿੰਦੁਸਤਾਨ ਸਿਗਨੇਟਰੀਜ਼ ਹੈ, ਇਟ ਮੀਨਸ ਕਿ ਪੰਜਾਬ ਵੀ ਸਿਗਨੇਟਰੀਜ਼ ਆ ਉਹਦਾ। ਤੇ ਉਹ ਪ੍ਰੀਵੈਂਸ਼ਨ ਆਫ ਆਲ ਟਾਈਪਸ ਆਫ ਡਿਸਕ੍ਰਿਮੀਨੇਸ਼ਨ ਜਿਹੜੀ ਹੈ, ਜਦੋਂ ਅਸੀਂ ਇੰਟਰ ਸਟੇਟ ਕਰਨੀ ਗੱਲ, ਤੇ ਉਹਦੀਆਂ ਕੁਝ ਸਟੈਪ ਨੇ ਜਿਹੜੇ ਸਾਨੂੰ ਫੋਲੋ ਕਰਨੇ ਪੈਣਗੇ। ਇਹ ਵਾਵਾ ਤਾਂ ਹੋਗੀ ਸੋਸ਼ਲ ਮੀਡੀਆ ਦੇ ਵਿੱਚ ਕਿ ਉਹਨੇ ਚਿੱਠੀ ਲਿਖਤੀ ਟਰੂਡੋ ਨੂੰ, ਉਹਦੀ ਆਪਦੇ ਲਈ ਕਿ ਜੀ ਮੈਂ ਕਿਸੇ ਜ਼ਮਾਨੇ ਦੇ ਵਿੱਚ ਟਰੂਡੋ ਨੂੰ ਚਿੱਠੀ ਲਿਖੀ ਸੀ ਪ੍ਰਾਈਮ ਮਿਨਿਸਟਰ ਨੂੰ, ਇਹ ਜ਼ਰੂਰ ਉਹ ਆਪਣੇ ਜਿਹੜੇ ਆ ਕਾਲਰ ਉੱਚੇ ਕਰ ਲਏਗੀ, ਪਰ ਉਹਦਾ ਫਾਇਦਾ ਕੋਈ ਨਹੀਂ ਹੈ। ਨਾ ਲਵਪ੍ਰੀਤ ਦੀ ਫੈਮਿਲੀ ਨੂੰ ਕੋਈ ਫਾਇਦਾ ਹੈ, ਨਾ ਬੇਅੰਤ ਨੂੰ ਕੋਈ ਫਾਇਦਾ ਹੈ, ਔਰ ਬੇਅੰਤ ਨੂੰ ਇਸ ਤਰੀਕੇ ਨਾਲ ਡਿਪੋਰਟ ਨਹੀਂ ਕੀਤਾ ਜਾ ਸਕਦਾ। ਤੇ ਲਵਪ੍ਰੀਤ ਕਿਹੜੇ ਮਾਨਸਿਕ ਤਣਾਅ ਦੇ ਵਿੱਚ ਸੀ, ਕਿਹੜੀ ਉਹ ਮੈਂਟਲ ਉਹਦਾ ਜਿਹੜੀ ਹੈ ਇੱਕ ਕਿਹੜੇ ਮਾਨਸਿਕ ਰੋਗ ਚੋਂ ਗੁਜ਼ਰ ਰਿਹਾ ਸੀ, ਕਿਹੜੀਆਂ ਉਹਦੀਆਂ ਮਹੱਤਵਾਕਾਂਖਸ਼ਾਵਾਂ ਸੀ ਉਹਦੇ ਲਈ। ਦੇਖੋ ਇੱਥੇ ਫਿਰ ਅਸੀਂ ਜਿਹੜੀ ਹੈ ਕੁੜੀ ਨੂੰ ਦੋਸ਼ੀ ਠਹਿਰਾ ਰਿਹਾ ਸਾਡਾ ਸਾਰਾ ਮਾਈਂਡ ਸੈਟ। ਮੈਂ ਨਹੀਂ ਕਹਿ ਰਹੀ ਉਹਨਾਂ ਦੋਨਾਂ ਦੀ ਆਪਸ ਵਿੱਚ ਕੀ ਗੱਲਬਾਤ ਹੋਈ ਹੈ, ਵਿੱਚ ਲੋਕ ਕਹਿ ਰਹੇ ਅਸੀਂ ਉਹਨਾਂ ਦੀ ਚੈਟ ਜਿਹੜੀ ਹੈ ਉਹ ਪਬਲਿਕ ਕਰ ਦਿੱਤੀ ਹੈ। 2 ਦਿਨ ਲਈ ਕਿਹਾ ਵੀ ਮੈਨੂੰ ਤੰਗ ਨਾ ਕਰੀ ਜਾਂ ਮੈਨੂੰ ਮੈਸੇਜ ਨਾ ਕਰੀ। ਕੋਈ ਵੀ ਕਰ ਸਕਦਾ ਹੈ, ਕੋਈ ਵੀ ਕਿਸੇ ਸਟੇਟ 'ਚ ਹੋ ਸਕਦਾ, ਮੁੰਡਾ ਵੀ ਕਹਿ ਸਕਦਾ ਉਹਨੂੰ। ਇਹ ਜ਼ਰੂਰੀ ਨਹੀਂ ਹੈ ਕਿ ਇੱਕ ਪਾਰਟਨਰ ਤੁਹਾਡਾ ਕਹਿ ਰਿਹਾ ਕਿ ਵੀ ਮੈਂ ਬਿਜ਼ੀ ਹਾਂ ਤੇ ਮੈਨੂੰ 2 ਦਿਨ ਤੂੰ ਨਾ ਗੱਲ ਕਰੀ ਤੇ ਉਹ ਸੁਸਾਈਡ ਕਰ ਲੇਗਾ। ਉਹ ਸਾਨੂੰ ਮੁੰਡਿਆਂ ਨੂੰ ਵੀ ਇੰਨਾ ਐਮਪਾਵਰ ਕਰਨਾ ਪਏਗਾ ਕਿ ਸੁਸਾਈਡ ਕਰਨਾ ਉਹਦਾ ਹੱਲ ਨਹੀਂ ਹੈ। ਉਹਦੇ ਮਾਂ-ਪਿਓ, ਉਹਦੇ ਪਰਿਵਾਰ ਦੇ ਜੀ ਉੱਥੇ ਸੀ, ਉਹਨਾਂ ਨੂੰ ਵੀ ਤਾਂ ਆਪਣੇ ਤੌਰ ਤੇ ਮੁੰਡੇ ਦੀ ਮਾਨਸਿਕ ਸਥਿਤੀ ਨੂੰ ਸਮਝਣਾ ਚਾਹੀਦਾ ਸੀ। ਉਹ ਕਿਹੜੇ ਟਰਾਮਾ ਚੋਂ ਗੁਜ਼ਰ ਰਿਹਾ, ਕਿਹੜੀ ਐਂਗਜ਼ਾਇਟੀ ਚੋਂ ਗੁਜ਼ਰ ਰਿਹਾ, ਕੀ ਉਹਦਾ ਰਿਲੇਸ਼ਨਸ਼ਿਪ ਠੀਕ ਹੈ। ਉਹ 10 ਦਿਨ ਕੁੜੀ ਰਹਿ ਕੇ ਗਈ ਹੈ। ਪਹਿਲੀ ਗੱਲ ਤੇ ਸਫਰ ਗੱਲ ਇਹ ਹੈ, ਅਸੀਂ ਮੈਰਿਜ ਨੂੰ ਨਾ ਇੱਕ ਡੰਮੀ, ਇੱਕ ਮਕੈਨੀਕਲ ਬਣਾ ਦਿੱਤਾ ਹੈ, ਇੱਕ ਪ੍ਰੋਗਰਾਮ ਬਣਾਤਾ। ਹਾਂ, 2 ਵਿਅਕਤੀਆਂ ਨੇ, ਪਹਿਲੀ ਤੇ ਉਹ 10 ਦਿਨ ਰਹਿ ਕੇ ਗਈ ਹੈ, ਤੁਸੀਂ ਇੱਕ ਡੀਲ ਕੀਤੀ ਹੈ ਹਨਾ, 10 ਦਿਨ ਰਹਿ ਕੇ ਤੁਹਾਡਾ ਰਿਲੇਸ਼ਨਸ਼ਿਪ ਬਿਲਡ ਹੋਣਾ ਹੈ, 2 ਅਡਲਟਸ ਨੇ ਇੱਕ ਦੂਜੇ ਨਾਲ ਰਹਿਣਾ ਸ਼ੁਰੂ ਕਰਨਾ ਹੈ। 2 ਨਰਜੀਆਂ ਦਾ ਬਹੁਤ ਔਖਾ ਹੁੰਦਾ, ਹਾਂ, 2 ਡਿਵੈਲਪ ਹੋਏ ਵੇ, ਫਿਰ ਉਹ 21 ਸਾਲ ਦੀ ਹੈ, 24 ਸਾਲ ਦਾ ਹੈ, ਸਾਰੇ ਅਜੇ ਉਹਨਾਂ ਜਿਹੜੀਆਂ ਮੈਚਿਓਰਿਟੀਜ਼ ਦੇ ਵਿੱਚ ਨਹੀਂ ਹੈ।
ਤੇ ਤੁਹਾਨੂੰ ਪੇਰੈਂਟਸ ਦੀ ਸਪੋਰਟ ਚਾਹੀਦੀ ਹੈ। ਕੁੜੀ ਉੱਥੇ ਬੈਠੀ ਹੈ, ਉਹ ਤੁਸੀਂ ਉੱਥੇ ਸੋਚ ਹੀ ਨਹੀਂ ਸਕਦੇ ਕਿਹੜੇ ਚੈਲੰਜ ਨੇ। ਮੈਂ ਇਹ ਕਹਿ ਕੇ ਨਹੀਂ ਕਹਿ ਰਹੀ ਕਿ ਮੈਂ ਕੁੜੀ ਨੂੰ ਬਰੀ ਕਰ ਰਹੀ ਹਾਂ, ਮੈਂ ਇਹ ਕਹਿ ਰਹੀ ਹਾਂ ਕੁੜੀ ਜਿਹੜੇ ਚੈਲੰਜ ਉਹਨੇ ਕਰੋਨਾ ਪੀਰੀਅਡ ਆਇਆ ਇੱਥੇ, ਹੁਣ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਕਿ ਉਹਨੇ 2 ਸਾਲ ਤੋਂ ਲਗਾਈ ਨਹੀਂ ਹੈ, ਬਹੁਤ ਸਾਰੇ ਏਜੰਟ ਜਿਹੜੇ ਆਪਣੀਆਂ ਰੋਟੀਆਂ ਸੇਕ ਰਹੇ ਨੇ ਇਸ ਦੇ ਉੱਤੇ। ਇਹ 10 ਦਿਨ ਚੱਲੇਗਾ, ਉਸ ਤੋਂ ਬਾਅਦ ਕੀ ਹੋਏਗਾ? ਉਹ ਕਰੋਨਾ ਪੀਰੀਅਡ 'ਚ ਉਹਨਾਂ ਨੇ ਕਿਸੇ ਦੀਆਂ ਵੀ ਫਾਈਲਸ ਨਹੀਂ ਉਠਾਈਆਂ। ਉੱਥੇ 13% ਸਾਡੀ ਜਿਹੜੀ ਹੈ ਉਹ ਅਨਐਮਪਲੋਇਮੈਂਟ ਹੋ ਗਈ ਹੈ। ਉੱਥੇ ਲੋਕਾਂ ਦੀਆਂ ਜੌਬ ਛੁੱਟ ਗਈਆਂ, ਵੱਡੇ ਕਾਰੋਬਾਰ ਬੰਦ ਹੋ ਗਏ। ਫਿਰ ਇਸੇ ਤਰੀਕੇ ਨਾਲ ਜਦੋਂ ਕਾਰੋਬਾਰ ਬੰਦ ਹੋਏ ਆ ਤੇ ਫਿਰ ਉਹ ਸਾਡੀਆਂ ਜੌਬਸ ਵੀ, ਸਾਡੇ ਮੁੰਡੇ ਕੁੜੀਆਂ ਜਿਹੜੇ ਉੱਥੇ ਸਿਕਿਉਰਿਟੀ ਦੀ ਕਰਦੇ ਨੇ, ਪੀਜ਼ਾ ਤੇ ਕਰਦੇ ਨੇ, ਕਿਸੇ ਹੋਰ ਥਾਂ ਤੇ ਕਰਦੇ ਨੇ, ਇਸ ਤਰ੍ਹਾਂ ਦੀਆਂ ਜੌਬ ਕਰਦੇ ਨੇ। ਫਿਰ ਉਹਨਾਂ ਨੇ ਆਪਣੀ ਪੜ੍ਹਾਈ ਵੀ ਕਰਨੀ ਹੈ ਆਨਲਾਈਨ, ਫਿਰ ਉਹਨਾਂ ਨੇ ਆਪਣੇ ਘਰ ਦੀ ਰੋਜ਼ੀ ਰੋਟੀ ਵੀ ਚਲਾਉਣੀ ਹੈ। ਤੇ ਇਹ ਸਾਰੇ ਚੈਲੰਜ ਨੇ। ਇਹ ਚੈਲੰਜ ਮੈਨੂੰ ਇਹ ਲੱਗ ਰਿਹਾ ਹੈ ਕਿ ਉਹਨਾਂ ਦੋਨਾਂ ਮੁੰਡੇ ਤੇ ਕੁੜੀ ਦੇ ਵਿੱਚ ਕਮਿਊਨੀਕੇਸ਼ਨ ਗੈਪ ਬਹੁਤ ਵੱਡਾ ਹੋਇਆ। ਉਹ ਉੱਥੇ ਬੈਠੀ ਹੈ, ਉਹ ਉੱਥੋਂ ਦੇ ਇੱਕ ਐਟਮੋਸਫੀਅਰ 'ਚ ਉਹਨੇ ਐਡਜਸਟ ਵੀ ਹੋਣਾ ਹੈ। ਐਸੀ ਗੱਲ ਨਹੀਂ ਹੈ ਕਿ ਮੈਂ ਇੱਕ ਵਾਰ ਬਰਨਾਰਡ ਦਾ ਕਥਨ ਪੜ੍ਹ ਰਿਹਾ ਸੀਗਾ, ਫਿਲਾਸਫਰ ਨੇ, ਕਹਿੰਦੇ ਵੀ ਮਨੁੱਖ ਜੋ ਚੀਜ਼ ਪਸੰਦ ਕਰਦਾ ਹੈ ਉਹਦੇ ਵੱਲ ਹੁਣੇ ਵਧਣਾ ਸ਼ੁਰੂ ਹੋ ਜਾਏ, ਨਹੀਂ ਤਾਂ ਜੋ ਉਹਦੇ ਨੇੜੇ ਆ ਉਹ ਉਹਨੂੰ ਪਸੰਦ ਕਰਨ ਲਈ ਮਜਬੂਰ ਹੋ ਜਾਊਗਾ। ਆਪਾਂ ਜੇ ਗੱਲ ਮੁੰਡੇ ਕੁੜੀ ਦੋਵਾਂ ਤਰ੍ਹਾਂ ਦੀ ਗੱਲ ਕਰੀਏ, ਤੁਸੀਂ ਕੈਨੇਡਾ ਰਹਿੰਦੇ ਹੋ, ਕਦੇ ਐਦਾਂ ਦੇ ਤੁਸੀਂ ਵਾਕਿਆਤ ਦੇਖੇ ਨੇ ਕਿ ਲੋਕ ਆਪਣੇ ਹੀ ਅੱਗੇ ਜਾਂ ਆਪਣੀਆਂ ਲੋੜਾਂ ਅੱਗੇ ਹੀ ਹਾਰ ਗਏ ਹੋਣ? ਨਹੀਂ, ਬਹੁਤ ਹੈ। ਹੁਣ ਦੇਖੋ, ਅਸੀਂ ਕੈਨੇਡਾ ਨੂੰ ਮੈਂ ਉੱਥੇ ਯੂਨੀਵਰਸਿਟੀ 6 ਮਹੀਨੇ ਪੜ੍ਹਾਇਆ ਇੱਕ 'ਚ। ਉੱਥੇ ਸਾਡੇ ਏਸ਼ੀਅਨ ਸਟੂਡੈਂਟ ਵੀ ਸੀ 2014 ਦੇ ਵਿੱਚ। ਤੇ ਮੈਂ ਆਲਮੋਸਟ 2001 ਤੋਂ ਜਾ ਰਹੀ ਹਾਂ ਕੈਨੇਡਾ, ਤੇ 2010-11 ਤੋਂ ਮੈਂ ਹਰ ਸਾਲ 5-6 ਮਹੀਨੇ ਜਾਂਦੀ ਹਾਂ। ਤੇ ਉੱਥੇ ਸਾਡੀ ਇੱਕ ਸੰਸਥਾ ਦਿਸ਼ਾ, ਜਿਹੜੀ ਔਰਤਾਂ ਦੇ ਮਸਲਿਆਂ ਦੇ ਲਈ ਜਿਹੜੀ ਹੈ ਕੰਮ ਕਰਦੀ ਹੈ। ਤੇ ਮੈਂ ਇਹ ਕਹਿਣਾ ਚਾਹਨੀ, ਜਿਹੜੀ ਗੱਲ ਤੁਸੀਂ ਕਹੀ ਹੈ, ਉੱਥੋਂ ਦੀਆਂ ਪਰਿਸਥਿਤੀਆਂ ਕੀ ਨੇ, ਉੱਥੋਂ ਦੇ ਹਾਲਾਤ ਕੀ ਨੇ। ਬਹੁਤ ਸਾਰੇ ਮੁੰਡੇ ਵੀ ਤੇ ਕੁੜੀਆਂ ਵੀ ਸਾਡੇ ਇੱਥੋਂ ਅਸੀਂ ਉੱਥੋਂ ਲਿਆਉਂਦੇ ਆ ਮੁੰਡੇ ਨੂੰ ਜ਼ਬਰਦਸਤੀ, ਇੱਥੇ ਕੁੜੀ ਦਾ ਵਿਆਹ ਕਰਕੇ ਚਲੇ ਜਾਂਦੇ ਆ, ਤੇ ਫਿਰ ਮੁੰਡਾ ਇੱਥੇ ਛੱਡ ਜਾਂਦਾ ਕਿਉਂਕਿ ਉਹਦੀ ਮਰਜ਼ੀ ਨਹੀਂ ਹੁੰਦੀ। ਜਦੋਂ ਸਾਡੀ ਜਿਹੜੀਆਂ NRI ਮੈਰਿਜ ਜਿਹੜੀਆਂ ਦੇ ਤੌਰ ਤੇ ਕੈਨੇਡਾ ਦੇ ਵਿੱਚ ਜਾਣ ਲੱਗੀਆਂ, ਤੇ ਕੈਨੇਡਾ ਸਰਕਾਰ ਨੂੰ ਲੇਟ 90s ਕਾਨੂੰਨ ਬਦਲਨੇ ਪਏ, ਮੈਰਿਜ ਜਿਹੜੇ ਲਾਜ਼ ਬਦਲਨੇ ਪਏ। ਇੱਕ ਸਮਾਂ ਸੀ ਜਦੋਂ ਪੰਜਾਬੀਆਂ ਨੇ ਆਪਣੀਆਂ ਹੀ ਚਾਚੇ ਤਾਇਆਂ ਦੀਆਂ ਮਾਸੀ ਨੇ ਕੁੜੀਆਂ ਨਾਲ ਵਿਆਹ ਕਰਾ ਕੇ ਉੱਥੇ ਈਵਨ ਕਿ ਇੱਕ ਪਿਓ ਨੇ ਆਪਣੀ ਬੇਟੀ ਨਾਲ ਸ਼ਾਦੀ ਕੀਤੀ, ਫਿਰ ਉਹਨੂੰ ਜੇਲ੍ਹ ਹੋਈ। ਇੱਕ ਧਾਰਮਿਕ ਆਗੂ ਸੀ, ਤੇ ਉਹ ਜਦੋਂ ਉਹ ਬੇਟੀ ਦੀ ਸ਼ਾਦੀ ਹੋਈ ਤੇ ਉਹਨਾਂ ਨੇ ਉਹ ਦੇਖਿਆ ਕਿ ਇਹ ਤਾਂ ਪਿਓ ਪਹਿਲਾਂ ਸ਼ਾਦੀ ਕਰ ਰਿਹਾ ਤੇ ਉਹੀ ਹੁਣ ਜਿਹੜਾ ਕੰਨਿਆਦਾਨ ਕਰ ਰਿਹਾ। ਫਿਰ ਉਹਨਾਂ ਨੇ 3 ਸਾਲ 4 ਸਾਲ ਤੱਕ ਤੁਹਾਡੇ ਬੈਡਰੂਮ ਦੇ ਵਿੱਚ ਜਿਹੜੀ ਪੁਲਿਸ ਗਈ, ਬੈਡਰੂਮ ਜ਼ਮੀਨ ਕਿ ਤੁਹਾਡੇ ਬੈਡਰੂਮ 'ਚ ਕੀ ਹੁੰਦਾ, ਤੁਸੀਂ ਕਿਹੋ ਜਿਹੇ ਕੱਪੜੇ ਪਹਿਨਦੇ ਹੋ। ਇਹ ਬਹੁਤ ਸ਼ਰਮਨਾਕ ਪੰਜਾਬੀ ਕਮਿਊਨਿਟੀ ਲਈ, ਸਿੱਖ ਕਮਿਊਨਿਟੀ ਲਈ ਸੀ। ਤੇ ਉਹ ਸਾਰੀਆਂ ਚੀਜ਼ਾਂ ਨੇ ਸਾਨੂੰ ਫੇਰ ਕੀ ਹੋਇਆ ਕਿ ਉਹ ਮੈਰਿਜ ਹਟੀਆਂ। ਉਸ ਤੋਂ ਬਾਅਦ ਅਸੀਂ ਪੇਪਰ ਮੈਰਿਜ ਕਰਨ ਲੱਗ ਗਏ, ਫੇਕ ਮੈਰਿਜ, ਕਿ ਜੀ ਕਰ ਲਓ ਸੌਦੇਬਾਜ਼ੀ, ਤੁਹਾਡੀ ਕੁੜੀ ਛੱਡ ਦੇਗੀ, ਸਾਡਾ ਮੁੰਡਾ ਛੱਡ ਦੇਗਾ, ਜਾਂ ਮੁੰਡੇ ਨੇ ਕੀਤੀ ਜਾਂ ਕੁੜੀ ਨੇ। ਮੈਂ ਕਿਸੇ ਵੀ ਇੱਕ ਬਾਰੇ ਗੱਲ ਕਰ ਰਹੀ ਹਾਂ, ਨਾ ਕੁੜੀ ਬਾਰੇ ਨਾ ਮੁੰਡੇ ਬਾਰੇ, ਉਹ ਵਾਈਸ ਵਰਸਾ ਹੁੰਦਾ ਸੀ। ਤੇ ਫਿਰ ਉਹ ਆਪਣੀ ਜਿਹੜਾ ਹੈ ਡੀਲ ਕਰ ਲੈਂਦੇ ਸੀ। ਪਹਿਲਾਂ 20 ਲੱਖ ਲੈਂਦੇ ਸੀ, ਫਿਰ ਉਹ ਕੁੜੀ ਦੂਸਰੇ ਨੂੰ 20 ਲੱਖ ਲਾ ਕੇ ਮੰਗਵਾਉਂਦੀ ਸੀ। ਅਸੀਂ ਕਹਿੰਦੇ ਹਾਂ ਕਿ ਜੀ ਅਸੀਂ ਨੈਤਿਕ, ਅਸੀਂ ਗੁਰੂ ਨਾਨਕ ਸਾਹਿਬ ਦੇ ਭਰੋਸਾਏ ਹੋਏ ਬੰਦੇ ਆ, ਅਸੀਂ ਸਿੱਖੀਜ਼ਮ ਦੇ। ਉਹ ਤਾਂ ਰੰਗ, ਜਾਤ, ਧਰਮ, ਨਸਲ ਤੋਂ ਉੱਪਰ ਉੱਠ ਕੇ ਮਾਨਵ ਦੀ ਗੱਲ ਕਰਦਾ। ਤੇ ਜਦੋਂ ਅਸੀਂ ਫੇਕ ਮੈਰਿਜ ਕਰਦੇ ਆ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਸੀਂ 4 ਲਾਵਾਂ ਦਾ ਪਾਠ ਕਰਦੇ ਗੱਲ ਕਰਦੇ ਆ, ਮਨ ਚਿੰਦਿਆ ਫਲ ਪਾਇਆ ਸੁਆਮੀ। ਕਿਹੜੇ ਮਨ ਚਿੰਦੇ ਸਾਥ ਦੀ ਗੱਲ ਅਸੀਂ ਕਰਦੇ ਆ? ਅਸੀਂ ਤਾਂ ਡੀਲ ਕਰ ਰਹੇ ਹਾਂ, ਸੱਟਾ ਲਗਾ ਰਹੇ ਹਾਂ। ਸੋ ਇਹ ਪੇਰੈਂਟਸ ਸਭ ਤੋਂ ਜ਼ਿਆਦਾ, ਦੋਨੋਂ ਪੇਰੈਂਟਸ ਜ਼ਿੰਮੇਵਾਰ ਨੇ ਮੇਰੇ ਪੁਆਇੰਟ ਆਫ ਵਿਊ ਨਾਲ। ਫਿਰ ਇਹ ਸਮਾਜ ਜ਼ਿੰਮੇਵਾਰ ਹੈ, ਫਿਰ ਇਹ ਸਰਕਾਰਾਂ ਜ਼ਿੰਮੇਵਾਰ ਨੇ, ਤੇ ਫਿਰ ਹੀ ਜਾ ਕੇ ਜਿਹੜਾ ਹੈ ਅਸੀਂ ਉਹ ਬੱਚਿਆਂ ਨੂੰ ਦੋਸ਼ ਦਿਆਂਗੇ ਕਿ ਬੱਚਿਆਂ ਨੇ ਤਾਂ ਜੋ ਮਾਪਿਆਂ ਨੇ ਕਿਹਾ ਉੱਤੇ ਫੁੱਲ ਚੜਾਏ। ਉਹਨਾਂ ਦੀਆਂ ਮਹੱਤਵਾਕਾਂਖਿਆਵਾਂ ਸੀ ਕਿ ਅਸੀਂ ਕੈਨੇਡਾ ਜਾਣਾ, ਤੇ ਕੈਨੇਡਾ ਕੋਈ ਫੁੱਲਾਂ ਦੀ ਛੇਜ ਨਹੀਂ ਹੈ। ਉਹ ਕੈਪੀਟਲਿਸਟ ਵਰਡ ਹੈ, ਉਹਦੀਆਂ ਆਪਣੀਆਂ ਪ੍ਰੋਬਲਮਸ ਨੇ ਉੱਥੇ, ਬਹੁਤ ਵੱਡੀਆਂ ਪ੍ਰੋਬਲਮਸ ਨੇ ਉੱਥੇ। ਤੇ ਜਦੋਂ ਇੱਕ ਬੱਚਾ ਜਾਂਦਾ ਹੈ, ਉਹਨੇ ਉੱਥੋਂ ਦੀਆਂ ਹੋਸਟ ਸੁਸਾਇਟੀ ਜਿਹੜੀਆਂ ਸਾਡੀਆਂ ਨੇ ਉੱਥੇ, ਉਹਨਾਂ ਦੇ ਨਾਲ ਅਡੈਪਟ ਕਰਨਾ ਆਪਣੇ ਆਪ ਨੂੰ।
ਉਹਨਾਂ ਨੇ ਫਿਰ ਜਿਹੜੇ ਸਕੂਲ ਕਾਲਜ 'ਚ ਜਾਂਦੇ ਨੇ ਉੱਥੇ ਅਡੈਪਟ ਕਰਨਾ ਹੈ, ਫਿਰ ਉਹਨਾਂ ਨੇ ਕੰਮ ਦੇ ਉੱਤੇ ਆਪਣੇ ਆਪ ਨੂੰ ਜਿਹੜਾ ਐਡਜਸਟ ਕਰਨਾ ਹੈ, ਫਿਰ ਉਹਨਾਂ ਨੇ ਸਾਰੇ ਜਿਹੜੇ ਐਟਮੋਸਫੀਅਰ ਦੇ ਵਿੱਚ ਆਪਣੇ ਆਪ ਨੂੰ ਐਡਜਸਟ ਕਰਨਾ ਹੈ ਜੀ। ਇਹ ਬੜਾ ਵੱਡਾ ਚੈਲੰਜ ਤੁਹਾਨੂੰ ਹੈ। ਲੱਗਦਾ ਵੀ ਜਿਹੜੇ ਹਿਜਰਤ ਦੇ ਸਬਜ਼ ਬਾਗ ਪੰਜਾਬੀ ਦੇਖਦੇ ਨੇ ਉਹ ਬਹੁਤ ਕਾਲੇ ਭਰੇ ਨੇ, ਹਾਲਾਂਕਿ ਉੱਥੇ ਦੀ ਜਿਹੜੀ ਜ਼ਮੀਨੀ ਹਕੀਕਤ ਆ ਉਹ ਨਹੀਂ ਪਤਾ ਹੁੰਦੀ। ਹਾਂ, ਜ਼ਮੀਨੀ ਹਕੀਕਤਾਂ ਬਹੁਤ ਵੱਖਰੀਆਂ ਨੇ। ਮੈਂ ਉੱਥੇ ਕਾਉਂਸਲਿੰਗ ਵੀ ਕਰਦੀ ਰਹੀ ਹਾਂ ਜੀ। ਤੇ ਮੇਰੇ ਕੋਲੇ ਸਾਡੇ ਯੰਗ ਅਡਲਟ ਕਾਲਜ ਸਟੂਡੈਂਟ ਦੇ ਕੇਸ ਵੀ ਆਉਂਦੇ ਰਹੇ ਆ ਜੀ। ਸਾਡੀਆਂ ਜਿਹੜੀਆਂ ਅਧਖੜ ਉਮਰ ਦੀਆਂ ਔਰਤਾਂ ਦੇ ਵੀ ਕੇਸ ਆਉਂਦੇ ਰਹੇ ਆ। ਉਹ ਇੰਨੇ ਜਿਹੜੇ ਸਾਡੇ ਇਧਰੋਂ ਮੁੰਡੇ ਗਏ ਨੇ ਉਹਨਾਂ ਦੇ ਸਾਹਮਣੇ ਵੀ ਬਹੁਤ ਵੱਡੇ ਚੈਲੰਜ ਨੇ। ਉਹ ਐਂਗਜ਼ਾਇਟੀ 'ਚ ਨੇ, ਉਹ ਡਿਪਰੈਸ਼ਨ 'ਚ ਨੇ। ਪਿਛਲੇ ਮਹੀਨੇ ਇੱਕ ਲੜਕਾ ਜਿਹੜਾ ਹੈ ਘਰੋਂ ਦੌੜ ਗਿਆ ਤੇ ਉਹ ਅਰਧ ਪਾਗਲ ਹੋ ਗਿਆ, ਉਹਨੂੰ ਫੜਨਾ ਪਿਆ। ਫਿਰ ਜਿਹੜੇ ਉੱਥੇ ਸੁਸਾਈਡ ਕਰ ਰਹੇ ਨੇ, ਤੁਸੀਂ ਸੋਚਦੇ ਹੋ ਕਿ ਸੁਸਾਈਡ ਬੜਾ ਨੈਚੁਰਲ ਵਰਤਾਰਾ ਹੈ, ਇਹ ਤੇ ਸਾਡੀ ਮਾਨਸਿਕ ਸਤਰ ਦੀ ਸਭ ਤੋਂ ਹੇਠਲੀ ਸਤਹ ਹੈ। ਸੁਸਾਈਡ ਸੌਖਾ ਨਹੀਂ ਹੈ ਕਰਨਾ, ਪਰ ਜਦੋਂ ਮਨੁੱਖ ਬਹੁਤ ਅੱਤ ਦੇ ਡਿਪਰੈਸ਼ਨ 'ਚ ਹੁੰਦਾ ਹੈ, ਜਦੋਂ ਉਹਨੂੰ ਜ਼ਿੰਦਗੀ ਜਿਉਣ ਦੇ ਸਾਰੇ ਰਸਤੇ ਬੰਦ ਹੋ ਜਾਂਦੇ, ਉਦੋਂ ਡਿਪਰੈਸ਼ਨ ਕਰਦਾ। ਉੱਥੇ ਬਹੁਤ ਸਾਰੇ ਮੁੰਡੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਉਹ ਡੁੱਬ ਕੇ ਮਰ ਗਏ ਜਾਂ ਹਾਰਟ ਅਟੈਕ ਹੋ ਗਿਆ, ਉਹ ਬਹੁਤ ਸਾਰੀ ਨਸ਼ੇ ਦੀ ਡੋਜ਼ 'ਚ ਮਰਦੇ ਨੇ। ਉਹਨਾਂ ਦੀ ਇਨਵੈਸਟੀਗੇਸ਼ਨ ਕਰਨ ਦੀ ਲੋੜ ਹੈ। ਲਵਪ੍ਰੀਤ ਦੀ ਜੇ ਮਨੀਸ਼ਾ ਗੁਲਾਟੀ ਇੰਟਰਵੀਨ ਕੀਤਾ ਹੈ ਤੇ ਉਹਨੂੰ ਲਵਪ੍ਰੀਤ ਦੀਆਂ ਜਿਹੜੀਆਂ ਪਹਿਲੀਆਂ ਮਾਨਸਿਕ ਪਰਿਸਥਿਤੀਆਂ ਸੀ ਉਹਦੇ ਬਾਰੇ ਵੀ ਇਨਵੈਸਟੀਗੇਸ਼ਨ ਕਰਨ ਦੀ ਲੋੜ ਹੈ। ਪੰਜਾਬੀ ਜਦੋਂ ਉਧਰ ਹੁਣ ਗਏ ਨੇ ਤਾਂ ਉੱਥੇ ਵੀ ਜਿਹੜੀ ਮਾਨਸਿਕਤਾ ਉਹ ਇੱਧਰ ਵਾਲੀ ਲੈ ਗਏ। ਔਰਤ ਨੂੰ ਗਲੀ 'ਚ ਕੱਢ ਕੇ ਕੁੱਟਣਾ, ਗਾਲ ਦੇ ਦੇਣਾ, ਜਾਂ ਜਦੋਂ ਔਰਤਾਂ ਆਪਸ ਵਿੱਚ ਲੜਦੀਆਂ ਨੇ ਉਦੋਂ ਬਹੁਤ ਸਾਰੇ ਮਿਹਣੇ ਦੇਣੇ, ਜਾਂ ਫਿਰ ਉੱਥੇ ਚੱਲਦੇ ਵਿਆਹਾਂ 'ਚ ਗੁਰੂ ਘਰਾਂ 'ਚ ਜਾ ਕੇ ਹੰਗਾਮੇ ਹੋ ਜਾਂਦੇ ਨੇ। ਤਾਂ ਕਿਵੇਂ ਦੇਖਦੇ ਹੋ ਇਸ ਗੱਲ ਨੂੰ, ਜਾਂ ਉਹ ਲੋਕ ਕੀ ਸੋਚਦੇ ਨੇ ਕਿ ਜਿਹੜੀ ਮਾਨਸਿਕਤਾ ਇੱਥੇ ਸੀ ਉਹੀ ਕੈਨੇਡਾ ਦੇ ਵਿੱਚ ਚਲੀ ਗਈ? ਨਹੀਂ, ਸਫਰ ਇੱਕ ਗੱਲ ਤੇ ਹੈ ਕਿ ਸਾਡੀ ਜਿਹੜੀ ਮਾਨਸਿਕਤਾ ਹੈ ਉਹ ਓਵਰਨਾਈਟ ਨਹੀਂ ਬਦਲਦੀ। ਦੂਸਰੀ ਗੱਲ ਇਹ ਹੈ ਕਿ ਸਦੀਆਂ ਬਾਅਦ ਬਦਲਦੀ ਹੈ। ਜੇ ਅਸੀਂ ਇੱਥੋਂ ਕੈਨੇਡਾ ਚਲੇ ਗਏ ਜਾਂ ਅਸੀਂ ਇੱਥੋਂ ਜਾ ਕੇ ਜਦੋਂ ਹੀ ਅਸੀਂ ਉੱਥੇ ਉਤਰਾਂਗੇ ਤੇ ਅਸੀਂ ਇੱਕ ਨਿਊ ਮੈਨ ਕ੍ਰੀਏਟ ਹੋ ਜਾਾਂਗੇ, ਇਹ ਨਹੀਂ ਹੁੰਦਾ। ਕਿਉਂਕਿ ਅਸੀਂ ਇੱਕ ਜਿਹੜਾ ਫਿਊਡਲ ਗਾਰਬੇਜ ਹੈ ਉਹ ਆਪਣੇ ਨਾਲ ਚੱਕ ਕੇ ਲੈ ਜਾਂਦੇ ਆ। ਜਿਹੜੀ ਪਿੱਤਰ ਸੱਤਾ ਹੈ, ਜਿਹੜੀ ਅਸੀਂ ਔਰਤ ਨੂੰ ਦੂਜਰੀ ਸਥਿਤੀ ਤੇ ਰੱਖਦੇ ਆ, ਜਾਂ ਮਰਦ ਜਿਹੜਾ ਹੈ, ਔਰਤਾਂ ਵੀ ਪਿੱਤਰ ਸੱਤਾ ਦੇ ਵਿੱਚ ਰਹਿੰਦੀਆਂ ਨੇ ਜਿਹਨੂੰ ਅਸੀਂ ਪੈਟਰੀਆਰਕਲ ਮਾਈਂਡਸੈਟ ਕਹਿੰਦੇ ਆ। ਹੁਣ ਪ੍ਰੋਬਲਮ ਕੀ ਆਈ ਹੈ ਕਿ ਕਮਿਊਨੀਕੇਸ਼ਨ ਨਾਲ ਸਾਡਾ ਫਾਸਟ ਹੋ ਗਿਆ ਜਾਣਾ ਆਣਾ, ਤੇ ਉਹਦੇ ਨਾਲ ਕੀ ਹੋਇਆ ਕਿ ਅਸੀਂ ਇੱਕ ਫਿਊਡਲ ਮਾਈਂਡਸੈਟ ਦੇ ਵਿੱਚ ਜਿਉਂਦੇ ਆ। ਤੇ ਜਿਹੜੀ ਮਾਡਰਨ ਟੈਕਨੋਲੋਜੀਕਲ ਵਰਲਡ ਐਡਵਾਂਸ ਦੇ ਵਿੱਚ ਸਾਡੇ ਕੋਲੇ ਡਿਵਾਈਸਿਸ ਆ ਗਏ, ਇਹਦਾ ਇੱਕ ਕਿਓਸ ਹੈ ਤੇ ਅਸੀਂ ਇੱਕ ਟ੍ਰਾਂਜੀਸ਼ਨ ਪੀਰੀਅਡ ਚੋਂ ਗੁਜ਼ਰ ਰਹੇ ਹਾਂ। ਸੋ ਉਹਦੇ ਨਾਲ ਜੇ ਤੁਹਾਡੇ ਕੋਲੇ ਫੋਨ ਆ ਗਿਆ, ਆਈਫੋਨ ਆ ਗਿਆ, ਤੁਸੀਂ ਜਾਂ ਕੁੜੀਆਂ ਨੇ ਬਾਲ ਕੱਟ ਲਏ, ਜੀਨ ਪਾ ਲਈ, ਮੁੰਡੇ ਨੇ ਚੰਗੀ ਤਰ੍ਹਾਂ ਬਾਲ ਕਰ ਲਏ, ਜਾਂ ਕੋਈ ਅਮਰੀਕਨ ਸ਼ਰਟ ਪਾ ਲਈ, ਤੁਸੀਂ ਮਾਡਰਨ ਨਹੀਂ ਹੋ ਗਏ। ਜਿੰਨੀ ਦੇਰ ਤੁਹਾਡਾ ਦਿਮਾਗ ਮਾਡਰਨ ਨਹੀਂ ਹੁੰਦਾ ਉਨੀ ਦੇਰ ਤੱਕ ਤੁਸੀਂ ਇੱਕ ਬੈਲੈਂਸ ਮਨੁੱਖ ਨਹੀਂ ਹੁੰਦੇ। ਹੁਣ ਤੱਕ ਕਿੰਨੀਆਂ ਜਿਹੜੀਆਂ ਪੰਜਾਬੀ ਔਰਤਾਂ ਨੇ ਕਮਿਊਨਿਟੀ ਦੀਆਂ, ਉਹ ਕਿੰਨੀਆਂ ਕੁ ਪੀੜਤ ਨੇ, ਕਿੰਨੀਆਂ ਕੁ ਸ਼ਿਕਾਰ ਹੋਈਆਂ ਨੇ? ਜੱਸੀ ਸਿੱਧੂ ਵਾਲਾ ਪਿੱਛੇ ਕੇਸ ਆਇਆ ਸੀ, ਜਿਹੜਾ ਕਤਲ ਕੇਸ ਹੋਇਆ ਸੀਗਾ, ਤਾਂ ਕਿੰਨਾ ਕੁ ਜਿਹੜਾ ਡਾਟਾ ਹਜੇ ਉੱਥੇ ਜਗ ਜ਼ਾਹਰ ਹੋਇਆ? ਸਫਰ ਤੁਸੀਂ ਬੜਾ ਹੀ ਵੈਲਿਡ ਕੁਐਸਚਨ ਕੀਤਾ। ਅਸੀਂ ਅਸਲ ਦੇ ਵਿੱਚ ਨਾ ਭੁੱਲ ਜਾਂਦੇ ਹਾਂ ਬਹੁਤ ਜਲਦੀ। ਜਿਵੇਂ ਮੈਂ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਵੀ NRI ਮੈਰਿਜ ਨੇ ਸਾਡੇ ਕੈਨੇਡਾ ਦੇ ਕਾਨੂੰਨ ਬਦਲਾਏ, ਫਿਰ ਉਸ ਤੋਂ ਪੇਪਰ ਮੈਰਿਜ ਆ ਗਈਆਂ, ਉਹਨੇ ਵੀ ਫਿਰ ਸਾਡੇ ਘਰਾਂ ਦੇ ਵਿੱਚ ਬੈਡਰੂਮ ਦੇ ਵਿੱਚ ਜਿਹੜੀ ਕੈਨੇਡੀਅਨ ਪੁਲਿਸ ਨੂੰ ਲੈ ਕੇ ਗਏ ਜਿਹੜੀਆਂ ਫੇਕ ਮੈਰਿਜ ਹੁੰਦੀਆਂ ਸੀ। ਉਸ ਤੋਂ ਬਾਅਦ ਹੁਣ ਐਲਟਸ ਵਾਲੀ ਆ ਗਈ, ਇਹਦੇ 'ਚ ਵੀ ਕੁਝ ਨਾ ਕੁਝ ਹੋਏਗਾ। ਅਸੀਂ ਸਾਡੀ ਦੇਖੋ ਗੱਲ ਹੈ ਕਿ ਅਸੀਂ ਕੈਨੇਡੀਅਨ ਗਵਰਨਮੈਂਟ ਨੂੰ ਕਹਿੰਦੇ ਆ ਕਿ ਤੁਸੀਂ ਕਾਨੂੰਨ ਬਦਲੋ। ਅਸੀਂ ਆਪਣੀ ਪੰਜਾਬ ਦੀ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਕਿਉਂ ਨਹੀਂ ਕਹਿੰਦੇ ਕਿ ਤੁਸੀਂ ਜਿਹੜਾ ਹੈ ਸੇਫਗਾਰਡ ਕਰੋ ਜਿਹੜੀਆਂ ਇਹ ਚੁਆਇਸ ਮੈਰਿਜ ਨੇ ਜਾਂ ਕੁਛ ਹੈ? ਜਿਹੜੀ ਤੁਸੀਂ ਸਵਾਲ ਕੀਤਾ ਹੈ, ਉੱਥੇ ਇੱਕ ਡਾਟਾ ਸਾਡੇ ਕੋਲ ਆਇਆ ਕਿ 1980 ਤੋਂ ਲੈ ਕੇ 2014 ਤੱਕ ਉਹਦੇ 'ਚ ਇਹ ਕੋਰਟ ਕੇਸਾਂ ਦਾ ਹੈ, ਇਹ ਮਤਲਬ ਵੈਲਿਡ ਡਾਟਾ ਹੈ ਜਿਹਦੇ 'ਚ ਕੋਰਟ ਕੇਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਜ਼ਾ ਹੋਈ ਤੇ ਕੁਝ ਪੁਲਿਸ ਦੇ ਕੋਲ ਹੋਈ। ਉਹਦੇ ਵਿੱਚ ਸਾਡੀਆਂ ਜਿਹੜੀਆਂ 39 ਔਰਤਾਂ ਅਸੀਂ ਪੰਜਾਬੀਆਂ ਨੇ ਤੇ ਖਾਸ ਕਰਕੇ ਸਿੱਖਾਂ ਨੇ, ਉਹਦੇ 'ਚੋਂ 2-3 ਜਿਹੜੇ ਸੀਗੇ ਸਾਡੇ ਸੀਗੇ ਪਾਕਿਸਤਾਨ ਤੋਂ ਤੇ ਹਿੰਦੂ ਫੈਮਿਲੀ ਸੀ। ਉਹਦੇ 'ਚੋਂ ਆਲਮੋਸਟ 35, ਮੈਂ ਵੱਧ ਘੱਟ ਥੋੜੇ ਜਿਹੇ ਮੈਨੂੰ ਐਗਜ਼ੈਕਟ ਡਾਟਾ ਨਹੀਂ, ਪਰ 39 ਔਰਤਾਂ ਅਸੀਂ ਮਾਰੀਆਂ
ਇਸ ਕਰਕੇ ਕਿ ਉਹ ਕੁੜੀਆਂ ਨੇ, ਧੀਆਂ ਨੇ, ਉਹ ਮਾਪਿਆਂ ਦੀ ਮਰਜ਼ੀ ਤੋਂ ਬਿਨਾਂ ਵਿਆਹ ਕਰਾਏ। ਸੋ ਜਿਸ ਕਰਕੇ ਮੈਂ ਅੱਜ ਵੀ ਕਹਿ ਰਹੀ ਹਾਂ ਕਿ ਜਿੰਨੀ ਦੇਰ ਤੱਕ ਤੁਸੀਂ ਆਪਣੇ ਨੌਜਵਾਨ ਬੱਚਿਆਂ ਨੂੰ ਆਪਣੀ ਮਰਜ਼ੀ ਦਾ ਜੀਵਨ ਸਾਥੀ ਚੁਣਨ ਦਾ ਅਧਿਕਾਰ ਨਹੀਂ ਦਿਓਗੇ, ਇਹ ਇਸ ਤਰ੍ਹਾਂ ਦੀਆਂ ਟ੍ਰੈਜਡੀਜ਼ ਵਾਪਰਨੀਆਂ। ਦੂਸਰੀ ਗੱਲ ਜਿਹੜੀ ਬਹੁਤ ਇੰਪੋਰਟੈਂਟ ਹੈ ਉਹ ਇਹ ਹੈ ਕਿ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਉੱਥੇ ਮਾਰ ਕਰਦੇ ਨੇ, ਕਿਉਂਕਿ ਵਿਆਹ ਤਾਂ ਉਹ ਵੀ ਨਹੀਂ ਪੂਰ ਚੜੇ ਜਿਹੜੇ ਭਾਵੇਂ ਅਰੇਂਜ ਹੋਏ ਜਾਂ ਤੂੰ ਰਿਸ਼ਤੇਦਾਰਾਂ ਦੀ ਹਾਜ਼ਰੀ 'ਚ ਹੋਏ, ਜਿਹਨੂੰ ਅਸੀਂ ਨਿਭਾਉਣਾ ਕਹਿੰਦੇ ਆ ਵੀ ਹਾਂ ਵੀ ਇਹ ਵਿਆਹ ਨਿਭ ਜੂਗਾ ਅੱਗੇ ਜਾ ਕੇ। ਥੋਪੇ ਜਾਂਦੇ ਨੇ ਨਾ। ਅਸੀਂ ਕੁੜੀ ਤੇ ਮੁੰਡੇ ਨੂੰ ਗਰੋ ਨਹੀਂ ਕਰਦੇ, ਕੌਨਫੀਡੈਂਸ ਨਹੀਂ ਦਿੰਦੇ ਕਿ ਤੁਸੀਂ ਕਿਸ ਤਰੀਕੇ ਨਾਲ ਜ਼ਿੰਦਗੀ ਜਿਉਣੀ ਹੈ। ਤੁਸੀਂ ਜ਼ਿੰਦਗੀ ਦੇ ਵਿੱਚ ਇੱਕ ਕੌਨਫੀਡੈਂਸ ਦੇਣਾ, ਆਪਣੀ ਜ਼ਿੰਦਗੀ ਦੇ ਫੈਸਲੇ ਕਰਨ ਦੇ ਲਈ ਉਹਨਾਂ ਨੂੰ ਪੂਰਾ ਦਾ ਪੂਰਾ ਸਾਬਤ ਕਦਮੀ ਤਿਆਰ ਕਰਨਾ, ਉਹ ਨਹੀਂ ਅਸੀਂ ਕਰਦੇ। ਨਾ ਹੀ ਅਸੀਂ ਫੇਥ ਕਰਦੇ ਹਾਂ। ਅਸੀਂ ਤੇ ਇਹ ਗੱਲ ਕਰਦੇ ਹਾਂ ਕਿ ਇੱਕ ਪਿੰਡ ਦੇ ਵਿੱਚੋਂ ਛੋਟੇ ਕਸਬੇ 'ਚ ਕੁੜੀ ਨੇ ਜਾਣਾ ਹੋਵੇ, ਤੇਰਾ ਛੋਟਾ ਭਰਾ ਨਾਲ ਜਾਏਗਾ। ਅਸੀਂ ਫਿਰ ਉਹਨੂੰ ਉਸੇ ਨੂੰ ਅਸੀਂ ਚੱਕ ਕੇ ਕੈਨੇਡੀਅਨ ਜਿਹੜੀ ਮੋਸਟ ਐਡਵਾਂਸ ਕੰਟਰੀ ਹੈ ਉੱਥੇ ਸੁੱਟ ਦਿੰਨੇ ਆ। ਉਹ ਹੁਣ ਉਹਨਾਂ ਦੇ ਨਾਲ ਉਸ ਸਮੁੰਦਰ ਦੇ ਵਿੱਚ, ਉਸ ਅੱਗ ਦੇ ਵਿੱਚ ਉਹ ਹੱਥ ਪੈਰ ਮਾਰ ਕੇ ਕਿਵੇਂ ਉਹਨਾਂ ਚੈਲੰਜ ਨੂੰ ਮੀਟ ਕਰੇਗਾ, ਚਾਹੇ ਮੁੰਡਾ ਜਾਂ ਕੁੜੀ ਹੈ। ਤੁਸੀਂ ਦੇਖਿਆ ਹੋਣਾ ਉੱਥੇ ਹਰ ਚੌਥੇ ਦਿਨ ਸਾਡੇ ਮੁੰਡੇ ਤਲਵਾਰਾਂ ਚਲਾਉਂਦੇ ਨੇ, ਜਿਹੜਾ ਉੱਥੇ ਪਲਾਜ਼ਿਆਂ ਦੇ ਵਿੱਚ ਜਿਹੜੀ ਪੁਲਿਸ ਆਉਂਦੀ ਹੈ, ਇੱਕ ਦੂਜੇ ਨੂੰ ਮਾਰਦੇ ਨੇ। ਤੇ ਇਹ ਕੀ ਹੈ? ਇਹ ਹੈ ਚਰਵਾਹਾ ਕਿਸਮ ਦੀ ਮਾਨਸਿਕਤਾ, ਜਿਹਦੇ ਵਿੱਚ ਤੁਸੀਂ ਉੱਥੇ ਚਲੇ ਤਾਂ ਗਏ ਪਰ ਤੁਸੀਂ ਇੱਕ ਜਿਹੜਾ ਇੱਕ ਸਾਮਾ ਮਨੁੱਖ ਹੈ, ਜਿਹੜਾ ਸੋਝ ਵਾਲਾ ਮਨੁੱਖ ਹੈ, ਤੁਸੀਂ ਉਹ ਵਿਵਹਾਰ ਨਹੀਂ ਕਰ ਰਹੇ। ਸੋ ਇਸ ਕਰਕੇ ਜਿਹੜੇ ਸਾਡੇ ਇੱਥੋਂ ਦੇ ਸਾਡੇ ਦੇਖੋ, ਇੱਕ ਗੱਲ ਤਾਂ ਕ੍ਰਾਈਸਿਸ ਸਾਡੇ ਹਿੰਦੁਸਤਾਨ ਦੇ ਵਿੱਚ ਇੰਨਾ ਵੱਡਾ ਹੈ। ਦੇਖੋ, ਆਮ ਮਨੁੱਖ ਨੇ ਕੋਈ ਨਾ ਕੋਈ ਹੀਲਾ ਵਸੀਲਾ ਕਰਨਾ ਹੈ। ਇੱਥੇ ਨਸ਼ਿਆਂ ਦਾ ਅਸੀਂ ਬਹੁਤ ਵਾਰੀ ਕਹਿੰਦੇ ਸਾਡੇ ਮੁੰਡੇ ਨੂੰ ਅਸੀਂ ਕਿਸੇ ਤਰੀਕੇ ਨਾਲ ਮਾਪੇ ਆਪਣੀ ਜ਼ਮੀਨਾਂ ਵੇਚ ਕੇ, ਆਪਣੀ ਗਹਿਣੇ ਕਰਕੇ, ਫਿਰ ਜਿਹੜੇ ਹੈ ਕਰਜ਼ੇ ਲੈ ਕੇ ਕਹਿੰਦੇ ਕਿ ਮੁੰਡੇ ਨੂੰ ਉਧਰ ਸੁੱਟ ਦਿਓ। ਉੱਥੇ ਤੁਹਾਨੂੰ ਪਤਾ ਹੀ ਨਹੀਂ ਕਿ ਉੱਥੇ ਜਿਹੜੇ ਨਸ਼ੇ ਨੇ, ਟੀਕੇ ਨੇ, ਤੁਸੀਂ ਜਾ ਕੇ ਦੇਖਿਆ ਨਹੀਂ, ਉੱਥੇ ਕਾਰਨਰ ਬਣੇ ਹੋਏ ਨੇ। ਜਿਹੜਾ ਮਾਫੀਆ ਹੈ, ਡਰੱਗ ਮਾਫੀਆ, ਇਹ ਵਰਲਡ ਲੈਵਲ ਤੇ ਚੱਲ ਰਿਹਾ ਹੈ। ਉੱਥੇ ਤੁਸੀਂ ਜਾ ਕੇ ਆਪਣੇ ਆਪ ਟੀਕਾ ਲਗਾ ਸਕਦੇ ਹੋ। ਉੱਥੇ ਟੋਰਾਂਟੋ ਡਾਊਨਟਾਊਨ ਦੇ ਵਿੱਚ ਜਾਓ, ਉੱਥੇ ਤੁਸੀਂ ਜਾ ਕੇ ਉੱਥੇ ਓਵਰਡੋਜ਼ ਦੇ ਨਾਲ ਪੰਜਾਬੀ ਵੀ ਉੱਥੇ ਗੈਂਗਾਂ ਦੇ ਵਿੱਚ ਨੇ, ਪੰਜਾਬੀ ਵੀ ਹੈ, ਪੰਜਾਬੀ ਵੀ ਉੱਥੇ ਤਾਂ ਖੁੱਲਾ ਗੈਂਗਵਾਰ ਦੇ ਸ਼ਿਕਾਰ 'ਚ ਪਿਛਲੇ ਸਮੇਂ ਦੇ ਵਿੱਚ ਕਿੰਨੇ ਕਤਲ ਵੀ ਹੋਏ ਨੇ, ਪੰਜਾਬੀਆਂ ਦੇ ਵੀ ਹੋਏ। ਉਹ ਡੇ ਬਾਏ ਡੇ ਉਸ ਗੈਂਗਵਾਰ 'ਚ ਜਾ ਰਹੇ ਨੇ ਸਾਡੇ ਪੰਜਾਬੀ ਮੁੰਡੇ, ਸਿੱਖ ਮੁੰਡੇ ਜਾ ਰਹੇ ਨੇ, ਇੰਡੀਅਨ ਮੁੰਡੇ ਜਾ ਰਹੇ ਨੇ। ਪਰ ਗੱਲ ਇਹ ਇਸ ਤਰੀਕੇ ਦੇ ਨਾਲ ਜਿਹੜਾ ਹੈ, ਅਸੀਂ ਇੱਕ ਦੂਜੇ ਨੂੰ ਦੋਸ਼ ਦੇ ਕੇ ਅਸੀਂ ਨਹੀਂ ਗੱਲ ਕਰ ਸਕਦੇ। ਬਹੁਤ ਜਿਹੜੀ ਹੈ ਇਹ ਸਾਨੂੰ ਸਹਿਜ ਨਾਲ ਸਮਾਜ ਨੂੰ ਇਹਦੀ ਜ਼ਿੰਮੇਵਾਰੀ ਲੈਣੀ ਪੈਂਦੀ। ਸਾਡੇ ਲੋਕਾਂ ਨੇ ਉਧਰਲੀਆਂ ਸਰਕਾਰਾਂ ਸਿਆਣੀਆਂ ਕਰਤੀਆਂ, ਚਾਚੇ ਤਾਇਆਂ ਦੀਆਂ ਕੁੜੀਆਂ ਨਾਲ ਵਿਆਹ ਕਰਾ ਕੇ, ਫੇਕ ਮੈਰਿਜਾਂ ਕਰਾ ਕੇ। ਤੁਹਾਨੂੰ ਕੀ ਲੱਗਦਾ ਹੁਣ ਲਵਪ੍ਰੀਤ ਤੋਂ ਬਾਅਦ ਪੰਜਾਬ ਦੇ ਵਿੱਚ ਹਰ ਰੋਜ਼ ਮੀਡੀਆ ਤੇ ਬਹੁਤ ਸਾਰੇ ਨੌਜਵਾਨ ਜਾਂ ਕੁੜੀਆਂ ਅੱਗੇ ਆਏ ਨੇ ਦੱਸਣ ਦੇ ਲਈ ਕਿ ਸਾਡੇ ਨਾਲ ਠੱਗੀ ਹੋਈ ਆ, ਠੱਗੀ ਹੋਈ ਆ। ਤੁਹਾਨੂੰ ਕੀ ਲੱਗਦਾ ਉਹ ਸਰਕਾਰਾਂ ਨੇ ਜਿਵੇਂ ਪਹਿਲਾਂ ਰੂਲ ਚੇਂਜ ਕਰੇ, ਪਹਿਲਾਂ ਆਪਣੇ ਨਿਯਮ ਚੇਂਜ ਕੀਤੇ, ਹੁਣ ਵੀ ਹੋ ਸਕਦੇ ਨੇ? ਹਾਂ, ਮੈਂ ਇਹਦੇ ਬਾਰੇ ਕਹਿ ਨਹੀਂ ਸਕਦੀ। ਜਿਉਂ-ਜਿਉਂ ਉੱਥੇ ਕ੍ਰਾਈਸਿਸ ਵਧੇਗਾ, ਪਰ ਜੇ ਉੱਥੇ ਦੀ ਜਿਹੜੀ ਹੈ ਕਿ ਉਹ ਫੇਕ ਮੈਰਿਜ ਹੋਈ ਹੈ, ਜੇ ਉੱਥੇ ਸਾਬਤ ਹੁੰਦੀ ਹੈ ਤਾਂ ਤੇ ਉੱਥੇ ਉਹਨਾਂ ਨੇ ਇਸ ਕਰਕੇ ਕੀਤੇ ਸੀ ਕਿ ਉੱਥੋਂ ਦੀਆਂ ਸੀ ਜਿਹੜੀਆਂ ਸਾਡੀਆਂ ਸੋਸ਼ਲ ਵਰਕ ਦੀਆਂ ਏਜੰਸੀਜ਼ ਨੇ, ਜਿਹੜੀਆਂ ਔਰਤਾਂ ਦੇ ਵਿੱਚ ਕੰਮ ਕਰਦੀਆਂ ਨੇ, ਜਾਂ ਸਾਡੀਆਂ ਸੋਸ਼ਲ ਏਜੰਸੀਜ਼ ਨੇ, ਉਹਨਾਂ ਨੇ ਗਵਰਨਮੈਂਟ ਨੂੰ ਇੱਕ ਪੂਰਾ ਦਾ ਪੂਰਾ ਪਾਰਲੀਮੈਂਟ ਜਾ ਕੇ ਇੱਕ ਬਿੱਲ ਦਿੱਤਾ ਕਿ ਤੁਸੀਂ ਇਹਦੇ ਤੇ, ਪ੍ਰਾਈਵੇਟ ਬਿੱਲ ਉਹਨੂੰ ਕਹਿੰਦੇ ਨੇ, ਉਹ ਪ੍ਰਾਈਵੇਟ ਬਿੱਲ ਪੇਸ਼ ਕੀਤਾ। ਫਿਰ ਉਹਦੇ ਤੇ ਨਜ਼ਰਸਾਨੀ ਹੋਈ, ਫਿਰ ਉਹਨਾਂ ਨੇ ਉਹ ਕੀਤੇ। ਇਹਦੇ ਬਾਰੇ ਚ ਪਾਕਿਸਤਾਨ ਦਾ ਬਹੁਤ ਵੱਡਾ ਇਸ਼ੂ ਸੀ ਕਿ ਉੱਥੇ ਜਿਹੜੀਆਂ ਮੁਸਲਿਮ ਫੈਮਲੀਜ਼ ਹੈ, ਉਹ ਜਿਹੜਾ ਆਮ ਕਿਹਾ ਜਾਂਦਾ ਕਿ ਜੇ ਉਹ 3 ਮੈਰਿਜ 4 ਕਰਾ ਲੈਂਦੇ ਨੇ, ਉੱਥੇ ਚੱਲਣ ਇਹ ਸੀ ਸਾਊਥ ਏਸ਼ੀਆ ਦੇ ਵਿੱਚ, ਖਾਸ ਕਰਕੇ ਮੁਸਲਿਮ ਕੰਟਰੀਜ਼ ਦੇ ਵਿੱਚ, ਪਾਕਿਸਤਾਨ ਜਿਨ੍ਹਾਂ ਦੇ ਵਿੱਚੋਂ ਇੱਕ ਹੈ, ਕਿ ਉਹ ਉੱਥੇ ਇੱਕ ਵਿਆਹ ਕਰਕੇ ਪਾਕਿਸਤਾਨ ਛੱਡ ਆਂਦਾ ਸੀ, ਇੱਕ ਵਿਆਹ ਕਰਕੇ ਇੱਧਰ ਸੀ। ਤਾਂ ਫਿਰ ਅਸੀਂ ਇੱਕ ਪ੍ਰਾਈਵੇਟ ਬਿੱਲ ਲੈ ਕੇ ਆਏ ਉੱਥੇ ਕਿ ਵੀ ਨਹੀਂ, ਇਹ ਜਿਹੜੀਆਂ ਮੈਰਿਜਸ ਨੇ ਤੁਸੀਂ ਇਹਨਾਂ ਨੂੰ ਦੇਖਣਾ ਪਏਗਾ, ਕਿਉਂਕਿ ਉੱਥੋਂ ਐਪਲੀਕੇਸ਼ਨ ਆਈਆਂ। ਹੁਣ ਇੱਥੋਂ ਸਾਡੀਆਂ ਜਿਹੜੀਆਂ ਕੁੜੀਆਂ ਨੇ, ਜਿਹੜੀ ਫਰਸਟ ਫੇਜ਼ ਆਫ ਮੈਰਿਜਸ, ਡੰਮੀ ਮੈਰਿਜ ਸੀ, ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਉਧਰ ਐਮਬੈਸੀ ਨੂੰ, ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਐਪਲੀਕੇਸ਼ਨ ਪਾਈਆਂ। ਕੁਝ ਇੱਕ ਦਾ ਬਣਿਆ, ਕੁਝ ਇੱਕ ਦਾ ਨਹੀਂ ਬਣਿਆ। ਪਰ
ਇਹ ਜਿਹੜਾ ਅਸੀਂ ਡਰਾਮਾ ਹੁਣ ਕਰ ਰਹੇ ਹਾਂ, ਇਸ ਡਰਾਮੇ ਨਾਲੋਂ ਸਿਰ ਜੋੜ ਕੇ ਬਹੁਤ ਸੰਵੇਦਨਸ਼ੀਲ ਤਰੀਕੇ ਨਾਲ ਸਾਨੂੰ ਇਸ ਮਸਲੇ ਨੂੰ ਵਿਚਾਰਨਾ ਪਏਗਾ। ਇਹ ਕੋਈ ਮਸਲਾ ਅੱਜ ਨਹੀਂ ਸਾਡੇ ਸਾਹਮਣੇ ਆਇਆ, ਇਹ ਮਸਲਾ 10-11 ਸਾਲ ਤੋਂ ਚੱਲ ਰਿਹਾ ਤੇ 10-11 ਸਾਲ ਤੋਂ ਅਸੀਂ ਚੱਲੀ ਗਿਆ ਤੇ ਉਹਦੇ ਲਈ ਅਸੀਂ ਸੰਵੇਦਨਸ਼ੀਲ ਨਹੀਂ ਹੋਏ। ਅਸੀਂ ਇਹ ਕਿਹਾ ਕਿ ਇਹ ਤਾਂ ਮੁੰਡੇ ਦੀ ਮੌਤ ਹੋ ਗਈ, ਜਿਹੜੇ ਮੁੰਡੇ ਇੱਧਰ ਰਹੇ ਨੇ ਜਾਂ ਕੁੜੀਆਂ ਬੈਠੀਆਂ ਹੋਈਆਂ ਨੇ ਉਹ ਜਿੰਦਾ ਹੀ ਮਰੀਆਂ ਹੋਈਆਂ ਨੇ ਜਾਂ ਜਿੰਦਾ ਹੀ ਮਰੇ ਹੋਏ ਨੇ। ਬਹੁਤ ਸਾਰੇ ਮਾਪੇ ਜਿਹੜੇ ਮੁੰਡਿਆਂ ਦੇ, ਉਹਨਾਂ ਦੇ ਸਾਡੇ NRI ਦੇ ਕੋਲ ਪੁਲਿਸ ਦੇ ਵਿੱਚ ਕੇਸ ਨੇ ਜਿਨ੍ਹਾਂ ਨੇ ਪੈਸੇ 15 ਲੱਖ 20 ਲੱਖ ਲਾਇਆ। ਜਾਂ ਫਿਰ ਇੱਕ ਵਿਚਕਾਰ ਜੇ ਇੱਕ ਹੋਰ ਫੇਜ਼ ਆਇਆ ਸੀ ਕਿ ਉਧਰੋਂ ਕੁੜੀਆਂ ਆਈਆਂ, ਉਹਨਾਂ ਨੇ ਇੱਕ ਟ੍ਰੇਡ ਕੀਤਾ ਔਰ ਪੂਰੇ ਪੁਲਿਸ ਦੇ ਨਾਲ ਮਿਲ ਕੇ, ਪੁਲਿਸ ਦੇ ਵਿੱਚ ਇੱਕ ਪੂਰਾ ਦਾ ਰੈਕਟ ਸੀ ਉਹਦਾ, ਇੱਕ ਜਿਹੜੇ ਕੋਈ ਕਰਾਉਂਦੇ ਸੀ ਨਾ ਏਜੰਟ ਜਿਹੜੇ ਤੁਹਾਡੇ ਹੁੰਦੇ ਆ ਕਿ ਤੁਹਾਡੀ ਐਡਵਰਟਾਈਜ਼ ਦਿੰਦੇ ਆ ਕਿ ਕੁੜੀ ਐਲਟਸ ਕੀਤੀ ਹੋਵੇ ਜਾਂ ਕੁੜੀ ਬਾਹਰੋਂ ਆਈ ਹੈ, ਉਹ 2-2 3-3 ਮੈਰਿਜ ਕਰਾ ਲੀਆਂ ਜੀ। ਮੈਂ ਉੱਥੇ ਆ ਰਿਹਾ ਆਪਣਾ ਅਸੀਂ ਇਹ ਜ਼ਰੂਰ ਜਾਣਨਾ ਚਾਹਾਂਗੇ ਕਿ ਪੰਜਾਬ ਜਾਂ ਭਾਰਤ ਦੇ ਜਿਹੜੇ ਮੈਰਿਜ ਬਿਊਰੋ ਨੇ ਉਹਨਾਂ ਨੇ ਕੀ ਕਹਾਣੀ ਨੂੰ ਤਾਂ ਜੱਗ ਜ਼ਾਹਰ ਨੇ, ਸਾਰੇ ਲੋਕ ਜਾਣਦੇ ਨੇ ਤੇ ਇਹਨਾਂ ਦੇ ਵਿੱਚ ਜਿਹੜੀਆਂ ਬਹੁਤ ਸਾਰੇ ਜਿਹੜੇ ਵਿਆਹ ਨੇ, ਜਿਹੜੇ ਕੰਟਰੈਕਟ ਮੈਰਿਜ ਨੇ, ਉਹ ਅਖਬਾਰਾਂ ਦੇ ਰਾਹੀਂ ਮੈਰਿਜ ਬਿਊਰੋ ਦੀਆਂ ਐਡਾਂ ਦੇ ਰਾਹੀਂ ਹੁੰਦੇ ਨੇ। ਕੀ ਕੈਨੇਡਾ ਦੇ ਵਿੱਚ ਵੀ ਮੈਰਿਜ ਬਿਊਰੋ ਹੈਗੇ ਨੇ ਜਾਂ ਉਹਨਾਂ ਰਾਹੀਂ ਜਿਹੜੇ ਵਿਆਹ ਹੋਏ ਨੇ ਉਹ ਵੀ ਮੈਰਿਜ ਬਿਊਰੋ ਤੋਂ ਦੁਖੀ ਨਹੀਂ? ਜੇ ਦੁਖੀ ਨੇ ਤਾਂ ਕੀ ਕੈਨੇਡਾ ਸਰਕਾਰ ਨੇ ਉੱਥੇ ਦੇ ਜਿਹੜੇ ਮੈਰਿਜ ਬਿਊਰੋ ਨੇ, ਭਾਵੇਂ ਪੰਜਾਬੀਆਂ ਨੇ ਖੋਲੇ ਹੋਏ ਨੇ ਭਾਵੇਂ ਪਾਕਿਸਤਾਨੀਆਂ ਨੇ, ਤਾਂ ਕੀ ਉਹਨਾਂ ਤੇ ਕਦੇ ਕਾਰਵਾਈ ਕੀਤੀ ਹੈ? ਨਹੀਂ, ਉਹਦੇ ਤੇ ਹੋ ਨਹੀਂ ਸਕਦੀ, ਉਹ ਕਰ ਨਹੀਂ ਸਕਦੇ। ਪਰ ਜਿਹੜੇ ਸਾਡੇ ਉੱਥੇ ਪੰਜਾਬੀ ਅਖਬਾਰ ਨਿਕਲਦੇ ਨੇ, ਅਗਰ ਤੁਸੀਂ ਉਹਨਾਂ ਦੀ ਜਿਹੜੀ ਇਸ਼ਤਿਹਾਰ ਹੈ ਮੈਰਿਜ ਦੇ ਲਈ, ਵਿਆਹ ਦੇ ਇਸ਼ਤਿਹਾਰ, ਉਹ ਉਹੀ ਤੁਹਾਡੀ ਸਾਰੀ ਜਿਹੜੀ ਮਾਨਸਿਕਤਾ ਹੈ ਸਮਾਜ ਦੀ ਉਹਨੂੰ ਜਗਜ਼ਾਰ ਕਰਦੇ ਨੇ ਕਿ ਸਾਡੀ ਮਾਨਸਿਕਤਾ ਕੀ ਹੈ ਕੈਨੇਡਾ ਪਹੁੰਚਣ ਦੀ। ਉਹਦੇ ਵਿੱਚ ਇਸ਼ਤਿਹਾਰ 'ਚ ਲਿਖਿਆ ਹੁੰਦਾ ਹੈ ਕਿ ਅਸੀਂ ਇੱਕ ਕੁੜੀ ਦਾ ਵਿਆਹ ਕਰਨਾ ਹੈ ਜਿਹੜੀ ਉਧਰ ਪੰਜਾਬ ਰਹਿੰਦੇ ਮੁੰਡੇ ਨੂੰ ਦੇ ਭਰਾ ਨੂੰ ਮੰਗਾਏਗੀ ਹੈ, ਜਾਂ ਐਲਟਸ ਕੀਤੀ ਕੁੜੀ ਹੈ। ਉਧਰ ਵੀ ਅਖਬਾਰਾਂ 'ਚ ਇਹੀ ਇਸ਼ਤਿਹਾਰ ਨੇ। ਉਹ ਇਸ਼ਤਿਹਾਰ ਪੜ੍ਹ ਕੇ ਸਾਡੇ ਅਸੀਂ ਫੇਰ ਜਿਹੜਾ ਹੈ ਉਹਦੇ ਤੇ ਕਰਦੇ ਹਾਂ। ਗੱਲ ਇਹ ਹੈ ਕਿ ਦੋ ਵਿਅਕਤੀਆਂ ਨੇ ਇਕੱਠੇ ਰਹਿਣ ਦਾ ਐਦ ਕਰਨਾ ਹੈ, ਉਹ ਤਾਂ ਅਸੀਂ ਸੋਚਦੇ ਹੀ ਨਹੀਂ ਕਿ ਨਾ ਅਸੀਂ ਇਹ ਸੋਚਦੇ ਹਾਂ ਕਿ ਕੁੜੀ ਦੀ ਆਪਣੀ ਲਿਟਰੇਚਰ ਪ੍ਰਤੀ ਕੀ ਪਹੁੰਚ ਹੈ, ਉਹ ਕਿਹੋ ਜਿਹਾ ਖਾਣਾ ਪਸੰਦ ਕਰਦੀ ਹੈ, ਕਿਹੋ ਜਿਹਾ ਮਿਊਜ਼ਿਕ ਪਸੰਦ ਕਰਦੀ ਹੈ, ਤੇ ਅਸੀਂ ਤਾਂ ਇਹ ਸੋਚਦੇ ਹੀ ਨਹੀਂ। ਇਹ ਤਾਂ ਇੱਕ ਤਕਨੀਕੀ ਵਿਆਹ ਨੇ, ਇਹਨਾਂ 'ਚ ਭਾਵਨਾ ਜਾਂ ਅਹਿਸਾਸ ਨਹੀਂ, ਇਹ ਤਾਂ ਥੋਪੇ ਹੋਏ ਵਿਆਹ ਨੇ। ਇਹ ਮਤਲਬ ਨਾ ਮੁੰਡੇ ਨੂੰ ਕਿਹੋ ਜਿਹਾ ਲਾਈਫ ਪਾਰਟਨਰ ਚਾਹੀਦਾ, ਉਹਦੀ ਇੱਕੋ ਇੱਕ ਜਿਹੜੀ ਕੁਆਲਿਟੀ ਹੈ ਕਿ ਉਹਨੇ ਐਲਟਸ ਕੀਤੀ ਹੋਈ ਹੈ। ਕਿਤੇ ਨਾ ਕਿਤੇ ਇਹ ਚੀਜ਼ ਦੀ ਸਮੱਸਿਆ ਤਾਂ ਨਹੀਂ ਬਣਦੀ ਵੀ ਕੁੜੀ ਜਾ ਕੇ ਪੜ੍ਹਦੀ ਆ, ਪੜ੍ਹ ਕੇ ਕੁੜੀ ਉਸੇ ਪੜ੍ਹਾਈ ਦੇ ਬੇਸ ਤੇ ਉਸੇ ਜੌਬ ਤੇ ਲੱਗਦੀ ਆ ਤੇ ਮੁੰਡੇ ਕੋਲੇ ਜਾ ਕੇ ਦੋ ਹੀ ਰਾਹ ਹੁੰਦੇ ਨੇ, ਜਾਂ ਟਰੱਕ ਚਲਾ ਲਓ ਜਾਂ ਲੇਬਰ ਕਰ ਲਓ ਜਾਂ ਫਿਰ ਟੈਕਸੀ ਚਲਾ ਲਓ। ਹਾਂ, ਉੱਥੇ ਟਰੱਕ ਸਾਡੇ ਬਹੁਤ ਸਾਰੇ ਨਾਲ ਕੋਈ ਫਰਕ ਨਹੀਂ ਪੈਂਦਾ। ਨਹੀਂ, ਬਹੁਤ ਸਾਰੇ ਪੰਜਾਬੀ ਸਾਡੇ ਜਿਹੜੇ ਨੇ ਉਹ ਟਰੱਕਿੰਗ ਜਿਹੜੇ ਬਿਜ਼ਨਸ ਦੇ ਵਿੱਚ ਹੈਗੇ ਨੇ, ਉਹਨਾਂ ਦੀਆਂ ਆਪਣੀਆਂ ਪ੍ਰੋਬਲਮਸ ਨੇ। ਪਰ ਇੱਥੇ ਤਾਂ ਕੋਈ ਟਰੱਕ ਡਰਾਈਵਰ ਨੂੰ ਕੁੜੀ ਵਿਆਹ ਕੇ ਰਾਜੀ ਨਹੀਂ। ਹਾਂ, ਇੱਥੇ ਟਰੱਕ ਡਰਾਈਵਰ ਨੂੰ ਨਹੀਂ ਵਿਆਹਾਂਗੇ ਕਿਉਂਕਿ ਦੇਖੋ ਜਿਹੜੀ ਜੌਬ ਹੈ ਉਸ ਜਿਹੜੀ ਕੈਪੀਟਲਿਸਟ ਵਰਲਡ ਨੇ ਜਾਂ ਕੈਨੇਡਾ ਦੀ ਧਰਤੀ ਨੇ, ਉੱਥੇ ਮਲਟੀਕਲਚਰਲਿਜ਼ਮ ਹੈ। ਉੱਥੇ 200 ਤੋਂ ਵੱਧ ਜਿਹੜੀਆਂ ਨੈਸ਼ਨੈਲਿਟੀਜ਼ ਰਹਿ ਰਹੀਆਂ ਨੇ, ਪੰਜਾਬੀ ਵਨ ਆਫ them ਹੈ। ਤੇ ਅਸੀਂ ਇੰਨੇ ਕੁ ਮਹੱਤਵਕਾਂਖੀ, ਇੰਨੀ ਕੁ ਹਵਸ ਹੈ ਸਾਡੇ ਕੋਲ ਕਿ ਅਸੀਂ ਕੈਨੇਡਾ ਪਹੁੰਚੀਏ। ਤੇ ਜਿਹੜੇ ਇੱਧਰ ਬੈਠੇ ਹੋਏ ਲੋਕ ਨੇ ਉਹ ਸਮਝਦੇ ਨੇ ਕਿ ਕੈਨੇਡਾ ਦੇ 에ਅਰਪੋਰਟ ਤੇ ਮੁੰਡਾ ਉਤਰਿਆ, ਬਸ ਉਹ ਹੁਣੇ ਡਾਲਰ ਸਾਨੂੰ ਭੇਜਣੇ ਸ਼ੁਰੂ ਕਰ ਦੇਗਾ। ਇਹ ਨਹੀਂ ਹੈ, ਉੱਥੋਂ ਦਾ ਆਪਣਾ ਇੱਕ ਸੰਕਟ ਹੈ। ਸੋ ਮੈਂ ਜੇ ਕੱਲ ਕਮਾ ਕਿ 2001 ਚ ਜਿਹੜੇ ਸਾਡੇ ਮੁੰਡੇ ਜਾਂਦੇ ਸਨ, ਉਹ 2 ਜਾਂ 3 ਸਾਲ 4 ਸਾਲ ਚ ਉੱਥੇ ਸੈਟਲ ਹੋ ਕੇ ਤੇ ਆਪਣੀ ਜੌਬ ਲੈ ਕੇ ਘਰ ਬਣਾਉਣ ਤੱਕ ਤੁਰ ਜਾਂਦੇ ਸਨ। ਹੁਣ ਉੱਥੇ ਸੈਟਲਮੈਂਟ ਦਾ ਜਿਹੜਾ ਪੀਰੀਅਡ ਹੈ ਉਹ 5 to 7 years ਹੈ। 7 ਸਾਲ ਤੋਂ ਪਹਿਲਾਂ ਕੋਈ ਵੀ ਵਿਅਕਤੀ ਸੈਟਲ ਨਹੀਂ ਹੁੰਦਾ। ਸੋ ਇਹ ਸਾਰੇ ਦਾਇਰੇ ਦੇ ਵਿੱਚ ਜਿਹੜੀ ਇਹ ਟ੍ਰੈਜਡੀ ਵਾਪਰੀ ਹੈ ਲਵਪ੍ਰੀਤ ਦੀ, ਹੁਣ ਉਹ ਕੁੜੀ ਵੀ ਜਿਹੜੀ ਹੈਗੀ ਹੈ ਬੇਅੰਤ ਹੈ, ਉਹ ਬਹੁਤ ਸਾਰੇ ਸੰਕਟ ਦੇ ਵਿੱਚ ਹੈ, ਬਹੁਤ ਸਾਰੇ ਮਾਨਸਿਕ ਦਬਾਅ ਚ ਹੈ। ਹੋ ਸਕਦਾ ਹੈ ਕਿ ਉਹ ਇਸ ਮਾਨਸਿਕ ਦਬਾਅ ਨੂੰ ਨਾ ਸਹਿਣ ਕਰ ਸਕੇ। ਅਸੀਂ ਇਹ ਕਹਿ ਰਹੇ ਕਿ ਉਹਨੂੰ ਡਿਪੋਰਟ ਕੀਤਾ ਜਾਏ, ਉਹਨੂੰ ਡਿਪੋਰਟ ਕਰਕੇ ਲਵਪ੍ਰੀਤ ਵਾਪਸ ਆ ਜਾਏਗਾ ਜਾਂ ਹੋਰ ਲਵਪ੍ਰੀਤ ਇਸ ਤਰ੍ਹਾਂ ਦੀ ਬਲੀ ਨਹੀਂ ਚੜੇਗਾ। ਇੱਕ ਸਵਾਲ ਮਨੁੱਖ ਦੀ ਮਾਨਸਿਕਤਾ ਦੇ ਨਾਲ ਜੁੜਿਆ ਸਵਾਲ ਆ। ਜਦੋਂ ਇੱਥੋਂ ਅਸੀਂ ਜਾਣਦੇ, ਜਿਵੇਂ ਅਸੀਂ ਪੰਜਾਬੀ ਭਾਸ਼ਾ ਦੇ ਵਿੱਚ ਕਹੀਏ ਵੀ ਬੰਦਾ ਬਿਲਕੁਲ ਦੇਸੀ ਜਾਂਦਾ, ਉੱਥੇ ਜਾ ਕੇ ਉਹਨੂੰ ਰੰਗ ਰੂਪ ਚੜ ਜਾਂਦਾ ਹੈ, ਕੱਪੜਾ ਲੀੜਾ ਵਧੀਆ ਉਹ ਪਾਉਣ ਲੱਗ ਜਾਂਦਾ, ਫੈਂਸੀ ਪਾਉਣ ਲੱਗ ਜਾਂਦਾ। ਪਰ ਜਦੋਂ ਉੱਥੇ ਚੀਜ਼ਾਂ ਦੇਖਦਾ ਹੈ, ਉਹਨੂੰ ਕਿਤੇ ਨਾ ਕਿਤੇ ਇਹ ਤਾਂ ਨਹੀਂ ਲੱਗਦਾ ਵੀ ਜਿਹੜਾ
ਉੱਥੇ ਉਹ ਕੋਈ ਮਾਡਰਨ ਬੰਦਾ ਲੱਭਦਾ ਹੈ, ਜਾਂ ਮਾਡਰਨ ਮੁੰਡਾ ਮਾਡਰਨ ਕੁੜੀ ਲੱਭਦਾ ਹੈ, ਮਾਡਰਨ ਕੁੜੀ ਮਾਡਰਨ ਮੁੰਡਾ ਲੱਭਦੀ ਹੈ। ਇੱਥੇ ਜਿਹੜੇ ਮੁੰਡਾ ਕੁੜੀ ਰਹਿ ਗਏ ਜਿਹੜੇ ਦੇਸੀ ਨੇ, ਜਿਨ੍ਹਾਂ ਨੂੰ ਸਾਫ਼ ਭਾਸ਼ਾ 'ਚ ਕਿਹਾ ਜਾਵੇ, ਜਿਹੜੇ ਪੰਜਾਬ ਦੇ ਜੀਵਨ ਦੇ ਵਿੱਚ ਢਲੇ ਹੋਏ ਨੇ, ਤਾਂ ਇਹ ਚੀਜ਼ ਤਾਂ ਨਹੀਂ ਕਿਤੇ ਨਾ ਕਿਤੇ ਜ਼ਿੰਮੇਵਾਰ ਵੀ ਉਹਨਾਂ ਤੇ ਉੱਥੇ ਪਦਾਰਥ ਭਾਰੀ ਆ ਜਾਂ ਇੱਕ ਮਨੁੱਖ ਦਾ ਮਾਡਰਨ ਹੋਣਾ ਭਾਰੀ ਆ, ਉਹ ਉਹਨੂੰ ਚੁਣਨਾ ਪਸੰਦ ਕਰਦੇ ਨੇ ਪੰਜਾਬ ਵਾਲੇ ਨਾਲ। ਆਰਥਿਕਤਾ ਤਾਂ ਹੈ, ਪਰ ਆਰਥਿਕਤਾ ਤਾਂ ਉੱਥੇ ਹਰ ਇੱਕ ਚੀਜ਼ ਦੇ ਵਿੱਚ ਹੈ। ਆਰਥਿਕਤਾ ਇੱਥੇ ਵੀ ਹੈ। ਜੇ ਆਰਥਿਕਤਾ ਸਾਡੇ ਰਿਸ਼ੀਆਂ ਦੀ ਬੁਨਿਆਦ ਦੇ ਵਿੱਚ ਵੀ ਜਿਹੜੀ ਆਰਥਿਕਤਾ ਹੈ, ਜੇ ਆਰਥਿਕਤਾ ਨਾ ਹੁੰਦੀ ਤੇ ਡੀਲ ਹੀ ਨਾ ਹੁੰਦੀ, ਪਹਿਲੀ ਗੱਲ। ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ, ਮੈਂ ਪਹਿਲਾਂ ਕਹਿ ਚੁੱਕੀ ਹਾਂ ਕਿ ਜਿਹੜੇ ਮਾਡਰਨ ਕੱਪੜੇ ਪਾਉਣ ਨਾਲ, ਮਾਡਰਨ ਡਿਵਾਈਸਿਸ ਫੜਨ ਦੇ ਨਾਲ ਤੁਸੀਂ ਜਿਹੜਾ ਹੈ ਇੱਕ ਜਿਹੜਾ ਐਡਵਾਂਸ ਮਨੁੱਖ, ਪ੍ਰੋਗਰੈਸਿਵ ਮਨੁੱਖ ਨਹੀਂ ਬਣ ਜਾਂਦੇ ਜਿੰਨੀ ਦੇਰ ਤੁਹਾਡਾ ਦਿਮਾਗ ਨਹੀਂ ਬਣਦਾ। ਪੰਜਾਬ ਵੀ ਸ਼ਿਕਾਰ ਆ ਸ਼ੋਅ ਆਫ ਦੀ ਲਾਈਫ ਦਾ। ਹਾਂ, ਪੰਜਾਬ ਤੇ ਤੁਹਾਨੂੰ ਸ਼ਾਇਦ ਇਹ ਨਹੀਂ ਪਤਾ, ਪੰਜਾਬ ਸਦੀਆਂ ਤੋਂ ਸਭ ਤੋਂ ਪਹਿਲਾਂ, ਤੁਸੀਂ ਸਮੁੱਚੇ ਹਿੰਦੁਸਤਾਨ ਦਾ ਜਿਹੜਾ ਕੰਪੈਰੀਜ਼ਨ ਕਰਕੇ ਦੇਖੋ, ਪੰਜਾਬ ਸਭ ਤੋਂ ਪਹਿਲਾਂ ਜਿਹੜੀਆਂ ਤਬਦੀਲੀਆਂ ਨੇ ਉਹਨੂੰ ਪਹਿਲਾਂ ਪਕੜਦਾ ਹੈ ਤੇ ਉਹਨੂੰ ਪਹਿਲਾਂ ਅਡਾਪਟ ਕਰਦਾ ਹੈ। ਇਹ ਕਿਉਂਕਿ ਪੰਜਾਬੀਆਂ ਦਾ ਜੇ ਅਸੀਂ ਦੇਖੀਏ ਇਹ ਫਾਸਟਲੀ ਚੇਂਜ ਹੋਇਆ, ਪਰ ਪੰਜਾਬੀ ਉਹ ਨੇ ਜਿਹੜੇ ਸਦੀਆਂ ਤੋਂ ਲਤਾੜੇ ਗਏ ਨੇ, ਜਿਹੜੇ ਅਸੀਂ ਇਹ ਕਹਿੰਦੇ ਸੀ ਪੰਜਾਬ ਹਿੰਦੁਸਤਾਨ ਦਾ ਬੂਹਾ ਹੈ, ਪੰਜਾਬ ਹਿੰਦੁਸਤਾਨ ਦੀ ਸ਼ਮਸ਼ੀਰ ਭੁਜਾ ਹੈ। ਜਿਹੜਾ ਵੀ ਹਿੰਦੁਸਤਾਨ ਤੇ ਜਿਸਨੇ ਵੀ ਹਮਲਾ ਕੀਤਾ ਉਹ ਪੰਜਾਬ ਦੇ ਰਸਤਿਓਂ ਆਇਆ, ਤੇ ਇਹਨਾਂ ਨੇ ਬਹੁਤ ਸਾਰੀਆਂ ਕਮਿਊਨਿਟੀਜ਼ ਦੇ ਨਾਲ ਇੰਟਰੈਕਸ਼ਨ ਕੀਤੀ, ਤੇ ਇਸੇ ਕਰਕੇ ਉਹ ਹਰ ਨਵੀਂ ਚੀਜ਼ ਨੂੰ ਫਟਾਫਟ ਅਡਾਪਟ ਕਰਦੇ ਨੇ। ਤੇ ਇਸੇ ਕਰਕੇ ਹੀ ਕੰਪੈਰੀਟਿਵਲੀ ਹਿੰਦੁਸਤਾਨ ਦੇ ਪੰਜਾਬੀ ਜ਼ਿਆਦਾ ਵਿਦੇਸ਼ਾਂ ਵੱਲ ਰੁਖ ਕਰ ਰਹੇ ਨੇ। ਪਰ ਇਹਦਾ ਇੱਕ ਕਾਰਨ ਇਹ ਹੈ ਕਿ ਸਾਡਾ ਇੱਥੇ ਇਕਨੋਮਿਕ ਕ੍ਰਾਈਸਿਸ, ਸੰਕਟ ਬਹੁਤ ਗਹਿਰਾ ਹੈ। ਸਾਡੇ ਕਿਸਾਨੀ ਦਾ ਸੰਕਟ ਬਹੁਤ ਗਹਿਰਾ ਹੈ। ਐਵੇਂ ਨਹੀਂ ਕਿਸਾਨ ਜਿਹੜਾ ਹੈ ਦਿੱਲੀ ਦੇ ਬਾਰਡਰ ਦੇ ਉੱਤੇ ਬੈਠੇ ਹੋਏ, ਇੰਨਾ ਕੁ ਗਹਿਰਾ ਸੰਕਟ ਹੈ। ਫਿਰ ਸਾਡਾ ਛੋਟੇ ਕਿਸਾਨ ਦਾ ਸੰਕਟ ਬਹੁਤ ਗਹਿਰਾ ਹੈ। ਕਿੰਨੇ ਸਾਡੇ ਛੋਟੇ ਕਿਸਾਨਾਂ ਨੇ ਸੁਸਾਈਡ ਕੀਤੇ ਨੇ। ਇਹ ਸਾਰੇ ਚੌਕਟੇ 'ਚ ਰੱਖ ਕੇ ਸਾਨੂੰ ਇਹਨਾਂ ਸਮੱਸਿਆਵਾਂ ਨੂੰ ਦੇਖਣਾ ਪਏਗਾ। ਜਿਹੜੇ ਵਿਦੇਸ਼ੀ ਲੋਕ ਨੇ ਉਹ ਸਟੇਟਸ ਦਾ ਜਾਂ ਪਦਾਰਥ ਦਾ ਸ਼ਿਕਾਰ ਨਹੀਂ ਹੁੰਦੇ। ਨਹੀਂ, ਉਹ ਵੀ ਹੈ, ਲੇਕਿਨ ਉਹ 200 ਸਾਲ ਪਹਿਲਾਂ ਜਿਸ ਸਟੇਟ ਤੇ ਅਸੀਂ ਹੈ, ਉਹ 100 ਸਾਲ ਪਹਿਲਾਂ ਸੀ, ਉਹ ਇਹਦੇ ਵਿੱਚੋਂ ਲੰਘ ਚੁੱਕੇ ਨੇ। ਕਿਉਂਕਿ ਇਹ ਜ਼ਿਆਦਾਤਰ ਜਿਹੜੇ ਹੁਣ ਦੇ ਵਰਤਾਰੇ ਨੇ, ਮਨੁੱਖ ਪਦਾਰਥ ਨੂੰ ਹੀ ਦੇਖ ਕੇ ਮਨੁੱਖ ਦੇ ਨਾਲ ਰਿਸ਼ਤਾ ਜੋੜਦਾ। ਕਿਤੇ ਨਾ ਕਿਤੇ ਇਹ ਇੱਕ ਪੱਖ ਜਾਂ ਇੱਕ ਕਾਰਨ ਇਸ ਚੀਜ਼ ਲਈ ਜ਼ਿੰਮੇਵਾਰ ਹੈ ਵੀ ਜਿਹੜਾ ਮੁੰਡਾ ਜਾਂ ਕੁੜੀ ਕੈਨੇਡਾ ਹੀ ਆ, ਉਹ ਉੱਥੇ ਦੀ ਚਕਾਚੌਂਧ ਦੇ ਵਿੱਚ ਫਸ ਕੇ ਉੱਥੇ ਹੀ ਜੀਵਨ ਸਾਥੀ ਲੱਭਣ ਨੂੰ ਜਾਂ ਰਿਸ਼ਤਾ ਜੋੜਨ ਨੂੰ ਪਹਿਲ ਦਿੰਦਾ ਹੋਵੇ, ਇੱਥੇ ਵਾਲੇ ਨੂੰ ਭੁੱਲ ਜਾਂਦਾ ਹੋਵੇ। ਨਹੀਂ, ਇਹ ਗੱਲ ਠੀਕ ਹੈ ਤੁਹਾਡੀ। ਉਹ ਕੋਈ ਹਿਊਮਨ ਮਾਈਂਡ ਹੈ। ਉਹ ਕਹਿੰਦੇ ਨਾ ਕਿ ਜਿਹੜਾ ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ, ਹਨਾ। ਉਹਦੀ ਕਿਸ ਵੇਲੇ ਕਨਵਰਟ ਹੁੰਦਾ, ਉਹਦੀ ਥਾਂ ਨਹੀਂ ਪਾਈ ਜਾ ਸਕਦੀ। ਪਰ ਜੇ ਤੁਸੀਂ ਇੱਥੋਂ ਦੇਖੋ, ਇੱਕ ਸਾਫ਼ ਗੋਈ ਇਸ ਗੱਲ ਦੀ ਹੈ ਕਿ ਅਗਰ ਤੁਸੀਂ ਕੰਟਰੈਕਟ ਕਰਕੇ ਗਏ ਹੋ, ਇੱਕ ਡੀਲ ਕਰਕੇ ਗਏ ਹੋ, ਇੱਕ ਸੌਦਾ ਕੀਤਾ ਹੈ, ਜਿਵੇਂ ਅਸੀਂ ਜ਼ਮੀਨ ਦਾ ਸੌਦਾ ਕਰ ਲਈਏ, ਇਹ ਕੁੜੀਆਂ ਵੀ ਇੱਕ ਜਿਹੜਾ ਹੈ ਜ਼ਮੀਨ ਦੇ ਸੌਦੇ ਦੀ ਤਰ੍ਹਾਂ ਹੈ, ਹਨਾ। ਤੇ ਉਹ ਸੌਦਾ ਕੀਤਾ ਤੁਸੀਂ, ਤੇ ਉਹਨੂੰ ਪੂਰਾ ਕਰਨਾ, ਚਾਹੇ ਮੁੰਡੇ ਨੇ ਕੀਤਾ ਜਾਂ ਕੁੜੀ ਨੇ ਕੀਤਾ, ਉਹਨੂੰ ਪੂਰਾ ਕਰਨਾ ਉਹਦੀ ਜ਼ਿੰਮੇਵਾਰੀ ਹੈ। ਚਾਹੇ ਉਹ ਮਾਪਿਆਂ ਨੇ ਕੀਤਾ, ਉਹਦੀ ਮਰਜ਼ੀ ਸੀ ਜਾਂ ਨਹੀਂ ਸੀ। ਜਦੋਂ ਬਹੁਤ ਵਾਰੀ ਇੱਕ ਕੇਸ ਆਇਆ ਮੇਰੇ ਕੋਲੇ ਪਿਛਲੇ, ਜਦੋਂ ਮੈਂ ਸੀਏ, ਮੇਰੇ ਖਿਆਲ ਇਟ ਵਾਸ ਇਨ ਫੈਬਰਰੀ, ਤਾਂ ਉਹ ਕੁੜੀ ਜਿਹੜੀ ਹੈ ਉਹਨੂੰ ਪੇਰੈਂਟਸ ਇਹ ਕਹਿ ਰਹੇ ਸੀ ਕਿ ਵੀ ਤੇਰਾ ਵਿਆਹ ਕਰਕੇ ਅਸੀਂ ਉਧਰ ਭੇਜਣਾ ਹੈ। ਉਹ ਕਹਿੰਦੀ ਮੈਂ ਵਿਆਹ ਤੋਂ ਬਿਨਾਂ ਜਾਣਾ। ਉਧਰ ਜਾ ਕੇ ਉਹ ਕਹਿੰਦੀ ਮੈਂ ਤਾਂ ਹੁਣ ਉਸ ਮੁੰਡੇ ਨੂੰ ਮੰਗਾਣਾ ਹੀ ਨਹੀਂ। ਉਹ ਬਦਲਾ ਮਾਪਿਆਂ ਤੋਂ ਲੈ ਰਹੀ ਸੀ, ਨਾ ਕਿ ਉਹ ਮੁੰਡੇ ਤੋਂ ਲੈ ਰਹੀ ਸੀ। ਪਰ ਉਹ ਡੀਲ ਤਾਂ ਡੀਲ ਤਾਂ ਹੈ। ਉਹ ਕੇਸ ਆਇਆ ਕਿਸੇ ਤਰੀਕੇ ਨਾਲ ਮੇਰੇ ਕੋਲ, ਤੇ ਉਹ ਮੈਂ ਇਹ ਗੱਲ ਕਹਿਣਾ ਚਾਹਨੀ ਆ ਕਿ ਇਸੇ ਤਰ੍ਹਾਂ ਜਿਹੜੇ ਪੇਰੈਂਟਸ ਨੇ, ਉੱਥੇ ਇੱਕ ਕੇਸ ਆਇਆ, ਇੱਕ ਬਾਪ ਨੂੰ ਕੋਰਟ ਨੇ ਸਜ਼ਾ ਕੀਤੀ ਕਿਉਂਕਿ ਉਹਨੇ ਆਪਦੀ ਬੇਟੀ ਨੂੰ ਕੁੱਟਿਆ ਸੀ, ਕਿਉਂਕਿ ਬੇਟੀ ਜਿਹੜੀ ਹੈ ਉਹ ਰਾਤ ਨੂੰ ਲੇਟ ਆਈ। ਉਹ ਕਹਿੰਦਾ ਮੁੰਡਾ ਤਾਂ ਆ ਸਕਦਾ, ਬੇਟੀ ਨਹੀਂ ਆ ਸਕਦੀ। ਅਸੀਂ ਜਿਹੜਾ ਤੁਸੀਂ ਗੱਲ ਕਹਿ ਰਹੀ ਆ ਕਿ ਇੱਥੋਂ ਅਸੀਂ ਮਾਨਸਿਕਤਾ, ਕੁੜੀਆਂ ਨੂੰ ਵੱਖਰੇ ਤਰੀਕੇ ਦੀ ਪਰਵਰਿਸ਼, ਮੁੰਡੇ ਨੂੰ ਵੱਖਰੇ ਤਰੀਕੇ ਦੀ ਪਰਵਰਿਸ਼ ਲੈ ਕੇ ਚੱਲ ਰਹੇ ਹਾਂ, ਉਹ ਮਾਨਸਿਕਤਾ ਉੱਥੇ ਜਾ ਕੇ ਵੀ ਉੱਥੇ ਵੀ ਮਰਦ ਸਮਾਜ ਪ੍ਰਧਾਨ ਆ ਪੰਜਾਬੀਆਂ 'ਚ।
ਉੱਥੇ ਫੈਮਿਲੀਜ਼ ਦੇ ਵਿੱਚ ਬਹੁਤ ਵੱਡੇ ਕ੍ਰਾਈਸਿਸ ਨੇ, ਬਹੁਤ ਹੀ ਵੱਡੇ ਕ੍ਰਾਈਸਿਸ ਨੇ। ਇੱਕ ਸਾਡਾ ਬਾਹਰ ਦਾ ਸੰਸਾਰ ਹੈ, ਸਾਡੇ ਬੱਚੇ ਜਿਹੜੇ ਉੱਥੇ ਬੋਰਨ ਐਂਡ ਬ੍ਰੌਟ ਅਪ ਹੈ, ਉਹ ਇੱਕ ਫੈਮਿਲੀਜ਼ ਦੇ ਵਿੱਚ ਇੱਕ ਸੰਸਾਰ ਦੇਖਦੇ ਨੇ, ਇੱਕ ਉਹਨਾਂ ਦਾ ਕਾਲਜ ਤੇ ਯੂਨੀਵਰਸਿਟੀਆਂ 'ਚ ਸੰਸਾਰ ਹੁੰਦਾ, ਔਰ ਦੋਨਾਂ ਦੀ ਜਦੋਂ ਕੰਟਰਾਡਿਕਸ਼ਨ ਹੁੰਦੀ ਹੈ ਤੇ ਉਹ ਆਪਣੇ ਮਾਪਿਆਂ ਤੋਂ ਬਾਹਰੇ ਹੋ ਜਾਂਦੇ ਨੇ। ਮਾਪਿਆਂ ਨੂੰ ਇੱਕ ਤਰੀਕੇ ਦੇ ਨਾਲ ਉਹ ਉਹਨਾਂ ਦੇ ਨਾਲ ਉਹ 18 ਸਾਲ ਤੱਕ ਰਹਿੰਦੇ ਨੇ, ਉਸ ਤੋਂ ਬਾਅਦ ਘਰੋਂ ਬਾਹਰ ਚਲੇ ਜਾਂਦੇ। ਇੱਕ ਦੌਰ ਕੁੜੀਆਂ ਨੇ ਉਹ ਵੀ ਦੇਖਿਆ ਪੰਜਾਬ ਦਾ ਕਿ ਜਦੋਂ ਆਪ ਤੋਂ ਵੱਧ ਉਮਰ ਦੇ ਨਾਲ ਵਿਆਹ ਕਰ ਦਿੱਤਾ ਜਾਂਦਾ ਸੀ, ਇਸ ਲਈ ਕਿ ਤੂੰ ਹੁਣ ਸਾਰਿਆਂ ਨੂੰ ਲੈ ਕੇ ਜਾਣਾ। ਹਾਂ, ਤੇਰਾ ਭਾਈ ਵੀ ਤੂੰ ਹੀ ਲੈ ਕੇ ਜਾਣਾ, ਭੈਣ ਵੀ। ਇਹ ਪਹਿਲਾ ਦੌਰ ਸੀ, ਇਹ ਪਹਿਲਾ ਦੌਰ ਸੀ। ਹਾਂ, ਮੈਂ ਇਹੀ ਤਾਂ ਕਹਿ ਰਹੀ ਹਾਂ ਕਿ ਬੜੀਆਂ ਸਟੇਜਸ ਸੀ। ਹੁਣ ਵੀ ਲੜਕੀਆਂ ਦੀ ਬੋਲੀ ਹੈ। ਹੁਣ ਇਹ ਲੜਕੀਆਂ ਦੀ ਬੋਲੀ ਇਸ ਤਰ੍ਹਾਂ ਹੈ ਕਿ ਉਹਨੇ ਆਪਣੀ ਲਿਆਕਤ ਦੇ ਨਾਲ, ਮੁੰਡੇ ਤਾਂ ਗੇੜੀ ਰੂਟ ਤੇ ਰਹਿ ਗਏ, ਉਹਨਾਂ ਨੇ ਪੜ੍ਹ ਸਕਦੇ ਨੇ ਮੁੰਡੇ, ਜੇ ਉਹ ਟਰੈਕਟਰ ਚਲਾ ਸਕਦਾ, ਕੰਬਾਈਨ ਚਲਾ ਸਕਦਾ ਹੈ, ਕੁਝ ਹੋਰ ਕਰ ਸਕਦਾ ਹੈ, ਖੇਤੀ ਦਾ ਇੰਨਾ ਔਖਾ ਕੰਮ ਕਰ ਸਕਦਾ ਹੈ, ਪਰ ਕਿਉਂਕਿ ਅਸੀਂ ਉਹਨਾਂ ਨੂੰ ਪੜ੍ਹਨ ਵਾਲੇ ਪਾਸੇ ਤੋਰਿਆ ਹੀ ਨਹੀਂ। ਉਹਦੀ ਸਕਿੱਲ ਨਹੀਂ ਡਿਵੈਲਪਮੈਂਟ, ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ, ਅਸੀਂ ਉਹਨਾਂ ਦੀਆਂ ਸਕਿੱਲਸ ਨਹੀਂ ਉਹਨਾਂ ਡਿਵੈਲਪ ਕੀਤੀਆਂ, ਤੇ ਉਹ ਇਸ ਗੱਲ ਵੱਲੋਂ ਹੋ ਗਿਆ। ਕੁੜੀਆਂ ਨੂੰ ਘਰ 'ਚ ਰੱਖਣਾ, ਤੂੰ ਬਗਾਨੇ ਘਰ ਜਾਣਾ ਹੈ, ਤੂੰ ਬਗਾਨੀ ਜਿਹੜੀ ਹੈ ਹੁਣ ਹੈ, ਤੇ ਤੂੰ ਪੜ੍ਹ ਲਾ, ਨਹੀਂ ਤੇਰੀ ਮਾਂ ਨੂੰ ਗਾਲਾਂ ਪੈਣੀਆਂ। ਅਸੀਂ ਇਸ ਕਰਕੇ ਨਹੀਂ ਕੁੜੀ ਨੂੰ ਪੜ੍ਹਾਉਂਦੇ ਜਾਂ ਉਹਨੂੰ ਸਕਿੱਲ ਸਿਖਾਉਂਦੇ ਕਿ ਇੱਕ ਅੱਛੇ ਇਨਸਾਨ ਨੇ ਆਪਣੀ ਜ਼ਿੰਦਗੀ ਜਿਉਣ ਲਈ ਉਹਨੂੰ ਸਕਿੱਲ ਚਾਹੀਦੀਆਂ। ਅਸੀਂ ਉਹਨੂੰ ਮਿਹਣਾ ਕਿ ਤੈਨੂੰ ਬਗਾਨੇ ਘਰ ਜਾ ਕੇ ਮਿਹਣਾ ਤੇਰੀ ਮਾਂ ਨੂੰ ਮਿਲੂਗਾ, ਤੇਰੀ ਮਾਂ ਨੇ ਕੀ ਸਿਖਾਇਆ। ਜਿੰਨਾ ਉਹਨੂੰ ਦਬਾਇਆ ਗਿਆ ਸੀ ਉਹਨਾਂ ਉੱਪਰ ਉੱਠੀ ਕਿਤੇ ਨਾ ਕਿਤੇ ਉਹਦੇ ਦਿਲ 'ਚ ਸੀਗਾ, ਉਹਨੇ ਮਾਪਿਆਂ ਦੀ ਸਜ਼ਾ ਮਾਪਿਆਂ ਨੂੰ ਵੀ ਦਿੱਤੀ ਤੇ ਨਾਲ ਨਵੇਂ ਜੁੜਨ ਵਾਲੇ ਸਾਥੀ ਨੂੰ ਵੀ ਦਿੱਤੀ। ਹਾਂ, ਉਹ ਇੱਕ ਤਰੀਕੇ ਨਾਲ ਨਾ 2-3 ਚੀਜ਼ਾਂ ਹੁੰਦੀਆਂ ਨੇ ਸਫਰ। ਇੱਕ ਪਹਿਲਾ ਹਿੰਸਾ ਹੁੰਦੀ ਹੈ, ਫਿਰ ਰੋਹ ਹੁੰਦਾ, ਫਿਰ ਵਿਦਰੋਹ ਹੁੰਦਾ, ਤੇ ਇਹ ਕੁੜੀਆਂ ਜਿਹੜੀਆਂ ਨੇ ਜਿਸ ਤਰੀਕੇ ਨਾਲ ਬਹੁਤ ਹੋਰ ਕੇ, ਮੈਂ ਜਿਹੜੀ ਸਾਡਾ ਲਵਪ੍ਰੀਤ ਔਰ ਬੇਅੰਤ ਦੇ ਕੇਸ ਦੀ ਗੱਲ ਨਹੀਂ ਕਰ ਰਹੀ, ਕਿਉਂਕਿ ਇਹ ਕੇਸ ਤਾਂ ਹਜੇ ਡੀਲ ਹੀ ਨਹੀਂ ਹੋਇਆ, ਹਜੇ ਅਸੀਂ ਇਸ ਨਤੀਜੇ ਤੇ ਨਹੀਂ ਪਹੁੰਚੇ ਕਿ ਵਾਕਿਆ ਹੀ ਉਹਨੇ ਠੱਗੀ ਕੀਤੀ ਹੈ, ਵਾਕਿਆ ਹੀ ਉਹਦੀ ਜਿਹੜੀ ਹੈ ਲਵਪ੍ਰੀਤ ਉਹਦੀ ਬੇਰੁਖੀ ਕਰਕੇ ਉਹਨੇ ਸੁਸਾਈਡ ਕੀਤਾ। ਤੇ ਇਹਦੇ ਵਿੱਚ ਬਹੁਤ ਸਾਰੀਆਂ ਧਿਰਾਂ ਨੇ, ਜਿਸ ਕਰਕੇ ਅਸੀਂ ਦੋ ਧਿਰਾਂ ਬਣਾ ਕੇ ਨਹੀਂ ਅਸੀਂ ਗੱਲ ਕਰ ਸਕਦੇ। ਇਹਦੇ 'ਚ ਤੀਜੀ ਧਿਰ, ਚੌਥੀ ਧਿਰ ਸਮਾਜ ਵੀ ਹੈ, ਸਾਡੀ ਸਰਕਾਰਾਂ ਵੀ ਨੇ, ਜਿਨ੍ਹਾਂ ਨੇ ਇੱਕ ਇਕਨੋਮਿਕ ਕ੍ਰਾਈਸਿਸ ਜਿਹੜਾ ਹੈ ਬਿਲਡ ਕੀਤਾ ਹੈ, ਜਿਹੜਾ ਸਾਡਾ ਇੱਕ ਸੰਕਟ ਜਿਹੜਾ ਸਾਡੇ ਪਰਿਵਾਰਾਂ ਦੇ ਵਿੱਚ ਆਇਆ, ਡੇ ਬਾਈ ਡੇ ਸਾਡੀ ਛੋਟੀ ਕਿਸਾਨੀ ਮਰ ਰਹੀ ਹੈ। ਮੇਰਾ ਆਖਰੀ ਸਵਾਲ ਕਿ ਕੀ ਇਹ ਠੱਗੀਆਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ ਜਾਂ ਪਿੰਡ ਦਾ ਹੱਲ ਹੋਊਗਾ, ਜਾਂ ਫਿਰ ਲਾੜੇ ਜਾਂ ਲਾੜੀਆਂ ਬਾਹਰ ਜਾ ਕੇ, ਭਾਵੇਂ ਕੰਟਰੈਕਟ ਮੈਰਿਜਾਂ ਨੇ, ਬਹੁਤ ਸਾਰੇ ਲੋਕ ਨੇ ਜਿਹਨਾਂ ਦੀ ਕੰਟਰੈਕਟ ਮੈਰਿਜ ਨਹੀਂ ਵੀ ਹੁੰਦੀ, ਉਹ ਵੀ ਇਸ ਚੀਜ਼ ਦਾ ਸ਼ਿਕਾਰ ਹੋ ਜਾਂਦੇ ਨੇ, ਕੀ ਇਹ ਠੱਗੀਆਂ ਇਸੇ ਤਰ੍ਹਾਂ ਵੱਜਦੀਆਂ ਰਹਿਣਗੀਆਂ ਜਾਂ ਤੁਸੀਂ ਇਹਦਾ ਕੋਈ ਹੱਲ ਵੀ ਦੇਖਦੇ ਹੋ? ਨਹੀਂ, ਸਾਨੂੰ ਸਿਆਣੇ ਹੋਣਾ ਪਏਗਾ। ਸਾਡੀਆਂ ਸਰਕਾਰਾਂ ਨੂੰ ਇਸ ਗੱਲ ਦੇ ਲਈ ਸਾਨੂੰ ਬਹੁਤ ਤੇਜ਼ੀ ਦੇ ਨਾਲ, ਜਿਹੜੀ ਸਾਡੀ ਜਵਾਨੀ ਬਾਹਰ ਜਾ ਰਹੀ ਹੈ, ਪਹਿਲਾਂ ਤਾਂ ਸਾਡਾ HR ਬਹੁਤ ਬਾਹਰ ਜਾ ਰਿਹਾ, ਉਹਦੇ ਬਾਰੇ ਸੋਚਣਾ ਪਏਗਾ। ਦੂਸਰਾ, ਜਿੰਨੀ ਦੇਰ ਤੱਕ ਅਸੀਂ ਮੁੰਡੇ ਤੇ ਕੁੜੀ ਦੇ ਵਿੱਚ ਇੱਕ ਵਿਸ਼ਵਾਸ ਪੈਦਾ ਨਹੀਂ ਕਰਦੇ, ਅਸੀਂ ਉਹਨਾਂ ਤੇ ਫੇਥ ਨਹੀਂ ਕਰਦੇ, ਉਹਨਾਂ ਨੂੰ ਆਪਣੇ ਜੀਵਨ ਸਾਥੀ ਚੁਣਨ ਦਾ ਅਧਿਕਾਰ ਨਹੀਂ ਦਿੰਦੇ, ਜਿੰਨੀ ਦੇਰ ਤੱਕ ਅਸੀਂ ਉਹਨਾਂ ਨੂੰ ਸਕਿੱਲਸ ਨਹੀਂ ਸਿਖਾਉਂਦੇ, ਚਾਹੇ ਉਹ ਪਲੰਬਰ ਬਣੇ, ਚਾਹੇ ਇਲੈਕਟ੍ਰੀਸ਼ੀਅਨ ਬਣੇ, ਚਾਹੇ ਉਹ ਇੱਕ ਰਿਸਰਚ ਦੇ ਵਿੱਚ ਜਾਏ, ਚਾਹੇ ਉਹ ਪ੍ਰੋਫੈਸਰ ਬਣੇ, ਵਕੀਲ ਬਣੇ, ਉਹਨੂੰ ਪੜ੍ਹਾਉਣਾ ਜਿਹੜਾ ਹੈ ਉਹ ਜ਼ਿੰਮੇਵਾਰੀ। ਇਹਦੇ 'ਚ ਕੱਲੀ ਜਿਹੜੀ ਐਜੂਕੇਸ਼ਨ ਹੈ ਉਹ ਕੇਵਲ ਸਾਡੇ ਮਾਪਿਆਂ ਦੀ ਜ਼ਿੰਮੇਵਾਰੀ ਨਹੀਂ ਹੈ, ਉਹ ਸਾਡੇ ਸਰਕਾਰਾਂ ਦੀ ਜ਼ਿੰਮੇਵਾਰੀ ਹੈ, ਕਿਉਂਕਿ ਇਹ ਸਟੇਟ ਸਬਜੈਕਟ ਹੈ। ਤੇ ਤੁਸੀਂ ਦੇਖਣਾ ਹੈ ਕਿ ਪਿਛਲੇ 10-12 ਸਾਲਾਂ 'ਚ ਸਾਡੀ ਐਜੂਕੇਸ਼ਨ ਇੰਨੀ ਮਹਿੰਗੀ ਹੋ ਗਈ ਹੈ, ਤੇ ਜਿਹੜੇ ਇੰਜੀਨੀਅਰ ਕੀਤੇ ਹੋਏ ਮੁੰਡੇ ਸੀ ਸਾਡੇ, ਜਿਨ੍ਹਾਂ ਨੇ 6-6 ਸਾਲ 5-5 ਸਾਲ B.Tech ਤੇ ਲਗਾਏ, ਤੇ ਜਦੋਂ ਉਹ ਬਾਹਰ ਨਿਕਲ ਕੇ ਆਏ ਤੇ ਉਹਨਾਂ ਨੂੰ 10,000 ਦੀ ਜੌਬ ਵੀ ਨਹੀਂ ਮਿਲੀ। ਫਿਰ ਸਾਡੇ ਲੋਕਾਂ ਨੇ ਇਹ ਸੋਚਿਆ ਕਿ ਅਸੀਂ 6 ਸਾਲ ਇਹਦੇ ਉੱਤੇ 10-15 ਲੱਖ ਰੁਪਇਆ ਲਾਇਆ, ਕਿਉਂ ਨਾ ਅਸੀਂ +2 ਤੋਂ ਬਾਅਦ 15 ਲੱਖ ਲਾ ਕੇ ਇਹਨੂੰ ਬਾਹਰ ਭੇਜ ਦਈਏ, ਘੱਟੋ ਘੱਟ ਉੱਥੇ ਇਹ ਰੋਜ਼ੀ ਰੋਟੀ ਤਾਂ ਇਹ ਕਮਾ ਲਏਗਾ। ਇਹ ਸਰਕਾਰਾਂ ਨੂੰ ਸਾਨੂੰ ਸਵਾਲ ਪੁੱਛਣੇ ਪੈਣਗੇ, ਸਾਡੇ ਬੱਚਿਆਂ ਨੂੰ ਸਾਨੂੰ ਪੜ੍ਹਾਉਣਾ ਪਏਗਾ, ਸਾਡੇ ਬੱਚਿਆਂ ਨੂੰ ਆਪਣੇ ਜੀਵਨ ਸਾਥੀ ਚੁਣਨ ਦਾ ਅਧਿਕਾਰ ਦੇਣਾ ਪਏਗਾ। ਇੱਥੇ ਕੁੜੀਆਂ ਜ਼ਿਆਦਾਤਰ ਸਰਹੱਦਾਂ 'ਚ ਰਹਿੰਦੀਆਂ ਨੇ, ਉਹਨਾਂ ਦੀਆਂ ਬਾਉਂਡਰੀਜ਼ ਮਿੱਥੀਆਂ ਹੁੰਦੀਆਂ ਨੇ, ਸਕੂਲੋਂ ਘਰ, ਘਰੋਂ ਸਕੂਲ, ਜਾਂ ਕਿਸੇ ਦੋਸਤ ਦੇ ਘਰ ਨਹੀਂ ਜਾ ਸਕਦੇ, ਪਾਰਟੀ ਤੇ ਨਹੀਂ ਜਾ ਸਕਦੇ, ਤਾਂ ਜਦੋਂ ਇੱਥੋਂ ਸਿੱਧੀ ਕੁੜੀ ਜਿਹੜੀ ਸਰਹੱਦਾਂ 'ਚ ਰਹਿੰਦੀ ਆ, ਉਹ ਸਿੱਧੀ ਕੈਨੇਡਾ ਚਲੀ ਜਾਂਦੀ ਹੈ, ਤਾਂ ਉਹਨੂੰ ਉੱਥੇ ਖੁੱਲ੍ਹਾ ਮਾਹੌਲ ਮਿਲਦਾ, ਉਹ ਵੀ ਇਹਦੇ ਤੇ ਅਸਰ ਕਰਦਾ। ਨਹੀਂ, ਇੱਥੇ ਕਿਉਂ ਨਹੀਂ ਦਿੰਦੇ ਅਸੀਂ?
ਕੁੜੀ ਨੂੰ ਖੁੱਲਾ ਮਾਹੌਲ ਇੱਥੇ ਕਿਉਂ ਨਹੀਂ ਦਿੰਦੇ? ਹੁਣ ਇਹ ਵੀ ਇੱਕ ਇਲਜ਼ਾਮ ਦੀ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਜਾ ਰਿਹਾ ਹੈ ਕਿ ਉੱਥੇ ਕੁੜੀਆਂ ਨੂੰ ਖੁੱਲਾ ਮਾਹੌਲ ਮਿਲਦਾ, ਉੱਥੇ ਵਿਗੜ ਜਾਂਦੀਆਂ। ਹਾਂ ਬਿਲਕੁਲ ਇਦਾਂ ਹੀ ਕਿਹਾ ਜਾਂਦਾ। ਜਿਵੇਂ ਬਿਲਕੁਲ ਮੈਂ ਇੱਕ ਹੋਰ ਮੈਂ ਤੁਹਾਨੂੰ ਦੱਸਾਂ, ਇਹਨੂੰ ਐਂਟੀ ਵਰਜ਼ਨ ਅਸੀਂ ਕਹਿੰਦੇ ਆ ਕਿ ਕੁੜੀ ਨੂੰ ਜ਼ਿਆਦਾ ਨਾ ਪੜਾਓ, ਇਹ ਫਿਰ ਹੱਥ ਚੋਂ ਨਿਕਲ ਜਾਏਗੀ। ਦੇਖੋ, ਪੜ੍ਹਾਈ ਦੇ ਨਾਲ ਤੁਹਾਡਾ ਦਿਮਾਗ, ਤੁਹਾਡੀ ਸ਼ਖਸੀਅਤ ਵਿਕਾਸ ਕਰਦੀ ਹੈ, ਤੇ ਪੜ੍ਹਾਈ ਦੇ ਨਾਲ ਅਸੀਂ ਕਹਤਾ ਕੁੜੀਆਂ ਵਿਗੜ ਜਾਂਦੀਆਂ ਨੇ, ਜੇ ਮੁੰਡੇ ਨਹੀਂ ਵਿਗੜਦੇ ਪੜ੍ਹਾਈ ਦੇ ਨਾਲ। ਤੁਸੀਂ ਇਹ ਦੇਖੋ, ਇਹ ਮਾਨਸਿਕਤਾ ਹੈ ਸਾਡੀ ਪਿੱਤਰ ਸੱਤਾਤਮਕ ਮਾਨਸਿਕਤਾ, ਜਿਹਨੂੰ ਅਸੀਂ ਫਿਊਡਲ ਮਾਈਂਡਸੈਟ ਕਹਿੰਦੇ ਆ, ਜਿਹਦੇ ਵਿੱਚ ਅਸੀਂ ਕੁੜੀਆਂ ਨੂੰ ਨਗੂਣਾ, ਮੁੰਡੇ ਨੂੰ ਉੱਚਾ ਕਰਦੇ ਆ। ਸੋ ਇਸ ਕਰਕੇ ਸਾਨੂੰ ਆਪਣੇ ਬੱਚਿਆਂ ਨੂੰ, ਜਿਵੇਂ ਤੁਸੀਂ ਜੱਸੀ ਸਿੱਧੂ ਦੀ ਗੱਲ ਕੀਤੀ ਸੀ, ਮੈਨੂੰ ਉਹਦੇ ਉਸ ਕੇਸ ਬਾਰੇ ਮੈਂ ਨੱਠ ਕੇ ਉਹਦੀ ਇਨਵੈਸਟੀਗੇਸ਼ਨ ਵੀ ਕੀਤੀ, ਉਹਦੇ ਤੇ ਇੱਕ ਆਰਟੀਕਲ ਵੀ ਲਿਖੇ। ਉਹ ਕੁੜੀ ਨੇ ਆਪਦੀ ਚੁਆਇਸ ਦੀ ਮੈਰਿਜ ਕੀਤੀ, ਪਰ ਉਹਦੀ ਮਾਂ ਤੇ ਉਹਦਾ ਪਰਿਵਾਰ ਨਹੀਂ ਸੀ ਚਾਹੁੰਦੇ ਕਿ ਇੱਕ ਟਰੱਕ ਡਰਾਈਵਰ ਦੇ ਨਾਲ ਉਹ ਸ਼ਾਦੀ ਕਰੇ, ਪਰ ਕਿਉਂਕਿ ਉੱਥੇ ਬੋਰਨ ਐਂਡ ਬਰੌਟ ਅਪ ਸੀ, ਉਹ ਕਹਿੰਦੇ ਮੈਨੂੰ ਉਹ ਚੰਗਾ ਲੱਗਿਆ। ਉਹਦੇ ਲਈ ਪੇਸ਼ਾ ਜਿਹੜਾ ਹੈ ਕੋਈ ਵੀ ਘਟੀਆ ਪੇਸ਼ਾ ਨਹੀਂ ਹੈ। ਅਸੀਂ ਇੱਥੇ ਬਣਾ ਲਿਆ ਕਿ ਜਿਹੜਾ ਸਫਾਈ ਕਰਮਚਾਰੀ ਹੈ ਉਹ ਘਟੀਆ ਹੈ, ਤੇ ਜਿਹੜਾ ਕੋਈ ਪੁਲਿਸ ਦੇ ਵਿੱਚ ਸਿਪਾਹੀ ਲੱਗਿਆ ਹੋਇਆ ਉਹ ਵਧੀਆ। ਕੋਈ ਵੀ ਕੰਮ, ਸਾਨੂੰ ਬਾਬਾ ਨਾਨਕ ਨੇ ਕਿਰਤ ਕਰਨ ਦੀ ਗੱਲ ਕਹੀ ਤੇ ਕਿਰਤ ਦਾ ਸਤਿਕਾਰ ਕਰਨ ਦੀ ਗੱਲ ਕਹੀ। ਸੋ ਇਸ ਕਰਕੇ ਕੰਮ ਕੋਈ ਵੀ ਘਟੀਆ ਨਹੀਂ ਹੈ, ਤੁਹਾਡੀ ਮਾਨਸਿਕਤਾ ਉਹਨੂੰ ਦੇਖਣ ਦੀ ਘਟੀਆ ਹੁੰਦੀ ਹੈ। ਸੋ ਜਿੰਨੀ ਦੇਰ ਤੱਕ ਮੈਂ ਤਾਂ ਇਹੀ ਕਹਾਂਗੀ ਕਿ ਆਪਣੇ ਬੱਚਿਆਂ ਨੂੰ ਅਸੀਂ ਸਕਿੱਲਸ ਨਹੀਂ ਦਿੰਦੇ, ਉਹਨਾਂ ਨੂੰ ਕੌਨਫੀਡੈਂਸ ਨਹੀਂ ਦਿੰਦੇ, ਉਹਨਾਂ ਨੂੰ ਐਜੂਕੇਸ਼ਨ ਨਹੀਂ ਦਿੰਦੇ, ਉਹਨਾਂ ਨੂੰ ਆਪਣੇ ਜੀਵਨ ਸਾਥੀ ਚੁਣਨ ਦਾ ਅਧਿਕਾਰ ਨਹੀਂ ਦਿੰਦੇ, ਤੇ ਉਹਦੇ ਵਿੱਚੋਂ ਦਾਜ ਤੇ ਡੀਲ ਤੇ ਪੈਸਾ, ਕਿ ਇੰਨਾ ਪੈਸਾ ਤੂੰ ਦੇਂਗਾ, ਇਹ ਪੈਸਾ ਜਦੋਂ ਸਾਡੇ ਵਿਆਹਾਂ ਚੋਂ ਮਾਈਨਸ ਹੋਏਗਾ, ਫਿਰ ਹੀ ਅਸੀਂ ਜਿਹੜੇ ਪਰਿਵਾਰ ਨੇ ਉਹ ਖੁਸ਼ ਰਹਿ ਸਕਦੇ। ਤਾਂ ਹੀ ਸਾਡਾ ਯੂਥ, ਸਾਡੀ ਪੀੜ੍ਹੀ, ਅਸੀਂ ਦੇਖ ਹੀ ਰਹੇ ਹਾਂ ਆਉਣ ਵਾਲੀ ਪੀੜ੍ਹੀ ਨੂੰ, ਅੱਜ ਦੀ ਜਿਹੜੀ ਸਾਡੀ ਅਸੀਂ ਕੀ ਵਿਰਾਸਤ ਦੇ ਕੇ ਜਾ ਰਹੇ ਹਾਂ ਆਉਣ ਵਾਲੀ ਪੀੜ੍ਹੀ ਨੂੰ। ਇਹ ਸਾਨੂੰ ਸ਼ਰਮਸਾਰ ਨਾ ਹੋਣਾ ਪਵੇ। ਅੱਜ ਦੇ ਮਾਪਿਆਂ ਨੂੰ ਸੋਚਣਾ ਪਏਗਾ, ਸਮਾਜ ਨੂੰ ਸੋਚਣਾ ਪਏਗਾ, ਸਮਾਜ ਸੇਵੀ ਸੰਸਥਾਵਾਂ ਨੂੰ ਸੋਚਣਾ ਪਏਗਾ, ਸਾਡੇ ਸੋ ਕਾਲ ਧਾਰਮਿਕ ਲੀਡਰਾਂ ਨੂੰ ਸੋਚਣਾ ਪਏਗਾ, ਸਰਕਾਰਾਂ ਦੀ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਹੈ, ਉਹਨਾਂ ਨੂੰ ਵੀ ਸੋਚਣਾ ਪਏਗਾ, ਤਾਂ ਕਿ ਅਸੀਂ ਆਪਣੀ ਜਵਾਨੀ ਨੂੰ ਬਚਾਈਏ। ਇਸ ਤਰ੍ਹਾਂ ਦੀਆਂ ਮਾੜੀਆਂ ਘਟਨਾਵਾਂ, ਬਹੁਤ ਦਰਦਨਾਕ ਘਟਨਾਵਾਂ ਨੂੰ ਅਸੀਂ ਰੋਕ ਸਕਦੇ ਹਾਂ ਜੇਕਰ ਅਸੀਂ ਇਹਨਾਂ ਉੱਤੇ ਨੈੱਟ ਕੇ ਵਿਚਾਰ ਕਰੀਏ। ਜੀ, ਤੁਸੀਂ ਪ੍ਰਵਾਸੀ ਅਦਾਰੇ ਨੂੰ ਆਪਣਾ ਬਹੁਤ ਕੀਮਤੀ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਜੀ। ਸੋ ਅਖੀਰ ਤੇ ਅਸੀਂ ਇੱਥੇ ਹੀ ਪਹੁੰਚੇ ਹਾਂ ਕਿ ਪੰਜਾਬੀ ਨੇ ਜਿਹੜੇ, ਨਹੀਂ ਤਾਂ ਇਹ ਠੱਗੀਆਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ। ਪੰਜਾਬੀ ਨੇ ਜਿਹੜੇ, ਜਾਂ ਕੋਈ ਵੀ ਕਮਿਊਨਿਟੀ ਆ ਜਿਹੜੀ ਕਹਿੰਦੀ ਆ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੀ ਆ, ਤਾਂ ਉਹਨੂੰ ਕਿਤੇ ਨਾ ਕਿਤੇ ਖੁਦ ਸਿਆਣਾ ਹੋਣਾ ਪਊਗਾ। ਕਿਸੇ ਨੂੰ ਦੋਸ਼ ਦੇਣ ਨਾਲੋਂ ਆਪਣੇ ਅੰਦਰ ਪਹਿਲਾਂ ਝਾਤ ਮਾਰਨੀ ਪਊਗੀ ਕਿ ਮੇਰੇ ਅੰਦਰ ਕਮੀ ਕਿੱਥੇ ਰਹਿ ਗਈ, ਮੇਰੇ ਅੰਦਰ ਲਾਲਸਾ ਕਿੱਥੇ ਜ਼ਿਆਦਾ ਪਨਪ, ਮੇਰੇ ਅੰਦਰ ਲਾਲਸਾ ਜਿਹੜੀ ਉਹ ਕਿੱਥੇ ਜ਼ਿਆਦਾ ਪਨਪ ਗਈ। ਦੂਜਾ, ਮਨੁੱਖ ਨੂੰ ਮਨੁੱਖ ਨਾਲ ਜੁੜਨ ਦਾ ਜਿਹੜਾ ਪੈਮਾਨਾ, ਉਹ ਮਨੁੱਖਤਾ ਹੀ ਹੋਣਾ ਚਾਹੀਦਾ, ਨਾ ਕਿ ਉਹਦਾ ਰੰਗ ਰੂਪ, ਨਾ ਕਿ ਉਹਦਾ ਕੰਮਕਾਜ, ਨਾ ਕਿ ਉਹਦਾ ਸਟੇਟਸ। ਜੇ ਇਹ ਗੱਲਾਂ ਕੋਈ ਵੀ ਕਮਿਊਨਿਟੀ ਜਿਹੜੀ ਆ ਉਹ ਸਮਝਦੀ ਆ, ਕੋਈ ਵੀ ਜਿਹੜੀ ਬਰਾਦਰੀ ਆ, ਕੋਈ ਵੀ ਭਾਈਚਾਰਾ ਸਮਝਦਾ, ਤਾਂ ਸ਼ਾਇਦ ਉਹਨੂੰ ਅਜਿਹੇ ਜਿਹੜੇ ਦਿਨ ਨਾ ਦੇਖਣੇ ਪੈਣ ਜੋ ਪੰਜਾਬ ਦੀ ਨੌਜਵਾਨੀ, ਕੁੜੀਆਂ ਮੁੰਡੇ ਹੁਣ ਦੇਖ ਰਹੇ ਨੇ। ਸੋ ਬਾਕੀ ਖਬਰਾਂ ਦੇ ਲਈ ਜੁੜੇ ਰਹੋ ਪ੍ਰਵਾਸੀ ਟੀਵੀ ਦੇ ਨਾਲ। ਫਿਰ ਮਿਲਾਂਗੇ, ਧੰਨਵਾਦ।